खास खबर के प्रस्तुतकर्ता हैं न्यूट्रिला किड्स सुपरफूड। 3 से 13 बरस के बच्चों के विकास के लिए आईसीएमआर गाइडलाइंस के अनुसार एडवांस फॉर्मूला न्यूट्रिशन और डॉक्टर ऑर्थो आयुर्वेदिक ऑयल एंड कैप्सूल, जोड़ों के दर्द की बेजोड़ दवा। भाई ये क्या था? ये क्या था? ये क्या किया? यार तुम्हारा ਅੱਜ ਦਾ ਵਿਸ਼ਾ ਸਭ ਤੋਂ ਵੱਡਾ ਵਿਸ਼ਾ ਜੋ ਹੈ ਉਹ ਹੈ ਕਿਸਾਨ ਜਥੇਬੰਦੀਆਂ ਦੀ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਨੇਤਾਵਾਂ ਦੇ ਨਾਲ ਮੀਟਿੰਗ। ਵੱਡੇ ਲੀਡਰ ਸਾਰੀਆਂ ਪਾਰਟੀਆਂ ਦੇ ਸ਼ਾਮਲ ਹੋਏ ਬੀਜੇਪੀ ਨੂੰ ਛੱਡ ਕੇ, ਜਿਨ੍ਹਾਂ 'ਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ, ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ, ਲੈਫਟ ਪਾਰਟੀਆਂ ਤੇ ਹੋਰ ਵੀ ਕਈ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਉਹਨਾਂ ਨੇ ਆਪਣੀ ਗੱਲ ਕਿਸਾਨਾਂ ਅੱਗੇ ਰੱਖੀ। ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ 32 ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਅੱਜ ਜੋ ਹੈ ਇਹਨਾਂ ਦੇ ਨਾਲ ਗੱਲਬਾਤ ਕੀਤੀ, ਆਪਣੀ ਗੱਲ ਰੱਖੀ। ਮੁੱਖ ਮਸਲਾ ਕਿਸਾਨੀ ਅੰਦੋਲਨ ਦਾ ਇੱਕੋ ਹੀ ਗੱਲ ਸੀ, ਵਿਸ਼ਾ ਇਹੀ ਸੀ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਅਗਰ ਪਾਰਟੀਆਂ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਪਹਿਲਾਂ ਆਪਣਾ ਪ੍ਰਚਾਰ ਸ਼ੁਰੂ ਕਰਦੀਆਂ ਤਾਂ ਉਹਦਾ ਜਿਹੜਾ ਹੈ ਅਸਰ ਕਿਸਾਨੀ ਅੰਦੋਲਨ ਤੇ ਪਏਗਾ। ਉਹਨਾਂ ਨੇ ਪਾਰਟੀਆਂ ਨੂੰ ਇਹ ਅਪੀਲ ਕੀਤੀ ਕਿ ਇਹ ਜਿਹੜਾ ਆਪਣਾ ਪ੍ਰਚਾਰ ਹੈ ਉਦੋਂ ਤੱਕ ਨਾ ਕਰਨ। ਤੇ ਜੋ ਗੱਲਬਾਤ ਸਾਹਮਣੇ ਆਈ ਉਹ ਇਹੀ ਹੈ ਕਿ ਬਾਕੀ ਪਾਰਟੀਆਂ ਸਹਿਮਤ ਹੋ ਗਈਆਂ ਔਰ ਕਾਂਗਰਸ ਔਰ ਅਕਾਲੀ ਦਲ ਦੇ ਨੁਮਾਇੰਦੇ ਜਿਹੜੇ ਹੈਗੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਇਸ ਤੇ ਜੋ ਹੈ ਵਿਚਾਰ ਕਰਾਂਗੇ ਅੱਗੇ ਆਪਣੀ ਪਾਰਟੀ ਲੀਡਰਸ਼ਿਪ ਦੇ ਨਾਲ ਤੇ ਉਸ ਦੇ ਮੁਤਾਬਕ ਫੈਸਲਾ ਹੋਏਗਾ। ਇਸੇ ਚਰਚਾ 'ਚ ਸਾਡੇ ਨਾਲ ਜੁੜ ਰਹੇ ਨੇ ਕਾਂਗਰਸ ਤੋਂ ਅਰਸ਼ਪ੍ਰੀਤ ਜੀ, ਸ਼੍ਰੋਮਣੀ ਅਕਾਲੀ ਦਲ ਤੋਂ ਕ੍ਰਿਸ਼ਨਪਾਲ ਸ਼ਰਮਾ ਜੀ, ਆਮ ਆਦਮੀ ਪਾਰਟੀ ਤੋਂ ਮੇਜਰ ਆਰਪੀਐਸ ਮਲਹੋਤਰਾ ਜੀ ਤੇ ਬੀਜੇਪੀ ਤੋਂ ਚੇਤਨ ਜੋਸ਼ੀ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਅਰਸ਼ਪ੍ਰੀਤ ਜੀ, ਵੱਡਾ ਮਸਲਾ ਪੰਜਾਬ ਦਾ, ਕਾਂਗਰਸ ਨੇ ਵਿਚਾਰ ਕਰਨ ਦੀ ਗੱਲ ਕਹੀ ਹੈ, ਤੁਹਾਡਾ ਸਟਾਰਟਿੰਗ ਕਮੈਂਟ ਅਰਸ਼ਪ੍ਰੀਤ ਜੀ। ਦੇਖੋ, ਕਾਂਗਰਸ ਉਹ ਪਾਰਟੀ ਹੈ ਜਿਹੜੀ ਜੇ ਕੋਈ ਚੀਜ਼ ਕਹਿੰਦੀ ਹੈ ਤਾਂ ਅਸੀਂ ਉਹਨੂੰ ਡਿਲੀਵਰ ਕਰਦੇ ਹਾਂ। ਤੁਸੀਂ ਦੇਖੋ ਸਾਡੀ ਕਮਿਟਮੈਂਟ ਕਿੰਨੀ ਹੈ ਕਿ ਸਾਡੇ ਚੀਫ ਜਿਹੜੇ ਹੈਗੇ ਆ ਪ੍ਰੈਜ਼ੀਡੈਂਟ ਪਾਰਟੀ ਦੇ ਜਾ ਕੇ ਕਿਸਾਨਾਂ ਨੂੰ ਮਿਲ ਕੇ ਆਏ ਆ। ਦੂਜੀਆਂ ਪਾਰਟੀਆਂ ਜਿਵੇਂ ਮੇਜਰ ਪਾਰਟੀਆਂ ਦੀ ਗੱਲ ਕਰਾਂ ਆਪੋਜੀਸ਼ਨ ਦੀ, ਆਮ ਆਦਮੀ ਪਾਰਟੀ ਦੇ ਚੀਫ ਨਹੀਂ ਸੀਗੇ, ਸ਼੍ਰੋਮਣੀ ਅਕਾਲੀ ਦਲ ਦੇ ਚੀਫ ਨਹੀਂ ਸੀਗੇ। ਇਹਨਾਂ ਨੇ ਆਪਦੇ ਲੀਡਰਸ ਨੂੰ ਡੈਲੀਗੇਟ ਕਰਤਾ ਵੀ ਤੁਸੀਂ ਉੱਥੇ ਜਾ ਕੇ ਮੀਟਿੰਗ ਕਰੋ, ਕਿਉਂਕਿ ਨਾ ਤਾਂ ਆਮ ਆਦਮੀ ਪਾਰਟੀ ਕੋਲੇ ਕੋਈ ਸੁਜੈਸ਼ਨ ਹੈਗਾ ਕਿਸਾਨਾਂ ਦੇ ਭਲੇ ਲਈ ਤੇ ਨਾ ਹੀ ਜਿਹੜਾ ਅਕਾਲੀ ਦਲ ਆ ਉਹਨਾਂ ਕੋਲੇ ਹੈਗਾ। ਮੋਰ ਓਵਰ ਸ਼੍ਰੋਮਣੀ ਅਕਾਲੀ ਦਲ ਦੀਆਂ ਇੰਨੀਆਂ ਪਾਰਟੀਆਂ ਹੈਗੀਆਂ ਪੰਜਾਬ ਦੇ ਵਿੱਚ, ਸੰਯੁਕਤ ਹੈ, ਐਸਏਡੀ ਟਕਸਾਲੀ ਹੈ, ਐਸਏਡੀ ਯੂਨਾਈਟਿਡ ਹੈ, ਐਸਏਡੀ ਅੰਮ੍ਰਿਤਸਰ ਹੈ, ਕਿੰਨੀਆਂ ਐਸਏਡੀ ਹੈ। ਉਹ ਐਸਏਡੀਆਂ ਦੇ ਚੀਫ ਆਏ ਬੈਠੇ ਸੀ ਜਿਵੇਂ ਸੁਖਦੇਵ ਸਿੰਘ ਜੀ। ਤੇ ਦੂਜੀ ਗੱਲ ਦੇਖੋ ਬਹੁਤ ਇੰਪੋਰਟੈਂਟ ਇਹ ਹੈ ਕਿ ਮੈਡਮ ਬਾਦਲ ਨੇ ਕੋਈ ਡਿਸੈਂਟ ਨੋਟ ਨਹੀਂ ਦਿੱਤਾ ਜਦੋਂ ਫਾਰਮ ਆਰਡੀਨੈਂਸ ਆਏ। ਜੇ ਹੁੰਦਾ ਤਾਂ ਅਕਾਲੀ ਦਲ ਹੁਣ ਤੱਕ ਉਹਨੂੰ ਸ਼ੋਅ ਕਰ ਦਿੰਦਾ। ਦੂਜੀ ਗੱਲ ਇਹ ਹੈ ਕਿ ਅਕਾਲੀ ਦਲ ਨੇ ਟਾਈਮ ਐਂਡ ਅਗੇਨ, ਵੱਡੇ ਬਾਦਲ ਸਾਹਿਬ ਨੇ, ਸੁਖਬੀਰ ਬਾਦਲ ਸਾਹਿਬ ਨੇ, ਮੈਡਮ ਬਾਦਲ ਨੇ ਵੀਡੀਓਜ਼ ਬਣਾਈਆਂ ਹੱਕ ਦੇ ਵਿੱਚ ਕ੍ਰਿਸ਼ੀ ਕਾਨੂੰਨਾਂ ਦੇ ਵਿੱਚ। ਤੀਜੀ ਗੱਲ, 2013 ਦੇ ਵਿੱਚ ਅਕਾਲੀ ਦਲ ਕੰਟਰੈਕਟ ਫਾਰਮਿੰਗ ਐਕਟ ਲੈ ਕੇ ਆਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਜੋ ਕਾਂਗਰਸ ਨੇ ਉਹਦਾ ਡਟ ਕੇ ਵਿਰੋਧ ਕੀਤਾ। ਪੰਜਵੀਂ ਗੱਲ, ਇਹਨਾਂ ਦੇ ਜਿਹੜੇ ਅਨਿਲ ਜੋਸ਼ੀ ਜੀ ਸੀਗੇ ਕੈਬਨਿਟ ਮਿਨਿਸਟਰ ਬੀਜੇਪੀ ਦੇ, ਉਹ ਉੱਥੋਂ ਛੱਡ ਕੇ ਬੀਜੇਪੀ ਨੂੰ ਅਕਾਲੀ ਦਲ ਚ ਆ ਗਏ। ਮਤਲਬ ਹਜੇ ਵੀ ਸਾਂਝਗਾਠ ਹੈਗੀ ਇਹਨਾਂ ਦੇ ਵਿੱਚ। ਆਮ ਆਦਮੀ ਪਾਰਟੀ ਦੀ ਗੱਲ ਕਰ ਲਓ, ਜਿਹੜੇ ਫਾਰਮ ਲਾਜ਼ ਇਹਨਾਂ ਨੇ ਪਾਸ ਕੀਤੇ ਹੈ ਵਾਇਆ ਗਜ਼ਟ ਨੋਟੀਫਿਕੇਸ਼ਨ 23 ਨਵੰਬਰ ਨੂੰ, ਉਹ ਲੁਕੇ ਨਹੀਂ ਹੈਗੇ। ਇਹ ਜਾਣ ਕੇ ਇਹਨਾਂ ਨੇ ਐ ਪਾੜ ਕੇ ਤਾਂ ਦਿਖਾਤੇ ਅਸੈਂਬਲੀ ਦੇ ਵਿੱਚ, ਪਰ ਉਹ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਪਾਸ ਕਰਤਾ ਤੇ ਪ੍ਰਾਈਵੇਟ ਮੰਡੀਆਂ ਦੇ ਵਿੱਚ ਵੀ ਫਾਰਮ ਲਾਜ਼ ਨੂੰ ਪਾਸ ਕਰਤਾ ਇਹਨਾਂ ਨੇ। ਤਾਂ ਦੇ ਹੈਵ ਓਨਲੀ ਬੀਨ ਬਲੋਇੰਗ ਹੌਟ ਐਂਡ ਕੋਲਡ ਐਟ ਦ ਸੇਮ ਟਾਈਮ। ਬੀਜੇਪੀ ਤਾਂ ਚਲੋ ਐਕਸਪੋਜ਼ਡ ਹੈ ਹੀ, ਇਹਨਾਂ ਨੂੰ ਤਾਂ ਨਾ ਤਾਂ ਮੀਟਿੰਗ ਸੱਦਿਆ ਗਿਆ ਤੇ ਨਾਲੇ ਸਭ ਨੂੰ ਪਤਾ ਹੈ ਕਿ ਕਿਵੇਂ ਮੋਦੀ ਸਾਹਿਬ ਨੇ ਇੱਕ ਸ਼ਬਦ ਨਹੀਂ ਕਿਹਾ, ਜਿਹੜੇ 600 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ। 9 ਮਹੀਨੇ ਹੋ ਗਏ ਤਪਦੀ ਗਰਮੀ ਦੇ ਵਿੱਚ, ਸਰਦੀ ਦੇ ਵਿੱਚ, ਤੂਫਾਨਾਂ ਦੇ ਵਿੱਚ ਕਿਸਾਨ ਉੱਥੇ ਬੈਠੇ ਆ। ਮੋਦੀ ਸਾਹਿਬ ਲੋਕਾਂ ਨੂੰ ਬਰਥਡੇਜ਼ ਤੇ ਵਿਸ਼ ਕਰ ਸਕਦੇ ਆ, ਲੇਕਿਨ ਪੰਜਾਬ ਦੇ, ਹਿੰਦੁਸਤਾਨ ਦੇ ਅੰਨਦਾਤਾ ਵਾਸਤੇ ਇੱਕ ਸ਼ਬਦ ਨਹੀਂ ਕਹਿ ਸਕਦੇ। ਹਾਲ ਹੀ ਦੇ ਵਿੱਚ ਇੱਕ ਹੋਰ ਕਿਸਾਨ ਸ਼ਹੀਦ ਹੋਇਆ, ਬਜ਼ੁਰਗ, ਉਹਨਾਂ ਬਾਰੇ ਵੀ ਬੀਜੇਪੀ ਦੇ ਕਿਸੇ ਲੀਡਰ ਦਾ ਕਮੈਂਟ ਕੁਝ ਨਹੀਂ ਆਇਆ। ਜਦੋਂ ਯੂਪੀ ਦੇ ਵਿੱਚ ਇਹਨਾਂ ਨੇ ਕਿਹਾ ਕਿ ਵੋਟ ਕੀ ਚੋਟ ਕਰਾਂਗੇ, ਉਦੋਂ ਇਹਨਾਂ ਨੂੰ ਹੋ ਗਿਆ ਕਿ ਵਰੁਣ ਗਾਂਧੀ ਜੀ ਬੋਲ ਪਏ ਵੀ ਤੁਸੀਂ ਕਿਸਾਨਾਂ ਦੀ ਗੱਲ ਸੁਣੋ। ਇਹਨਾਂ ਨੂੰ ਸਿਰਫ ਵੋਟਾਂ ਦਾ, ਇਲੈਕਸ਼ਨਸ ਦਾ, ਹੋਰ ਕੁਝ ਨਹੀਂ। ਲਾਸਟ ਬਟ ਨਾਟ ਦ ਲੀਸਟ, ਸਾਡੀ ਡਿਮਾਂਡ ਹੈ, ਮੇਰੇ ਕੁਝ ਸਵਾਲ ਹੈ ਕਿ ਜਿਹੜਾ ਹਰਿਆਣੇ ਦਾ ਐਸਡੀਐਮ ਹੈ ਉਹਨੂੰ ਸਸਪੈਂਡ, ਡਿਸਮਿਸ ਕਿਉਂ ਨਹੀਂ ਹਜੇ ਤੱਕ ਕੀਤਾ? ਕਿ ਉਹਨੂੰ ਡਿਸਮਿਸ ਹੋਣਾ ਚਾਹੀਦਾ, ਕਿਉਂਕਿ ਜਿਹੜਾ ਉਹਨੇ ਬਿਆਨ ਦਿੱਤਾ ਕਿ ਕਿਸਾਨਾਂ ਦੇ ਸਿਰ ਖੋਲ ਦੋ, ਹਜੇ ਕਿਸਾਨਾਂ ਦਾ ਇਕੱਠੇ ਹੋਏ ਨਾ ਮਿਲੇ ਨਾ ਆਏ, ਪਹਿਲੇ ਬਿਆਨ ਦੇ ਰਿਹਾ। ਇੱਥੋਂ ਕਲੀਅਰ ਹੁੰਦਾ ਹੈ ਕਿ ਉਹ ਕਿਸੇ ਦੇ ਆਰਡਰਸ ਦੇ ਬੇਸਿਸ ਤੇ ਚੱਲ ਰਿਹਾ ਸੀਗਾ। ਨਾ ਬੀਜੇਪੀ ਸਰਕਾਰ ਦੇ ਖਿਲਾਫ ਐਕਸ਼ਨ ਹੋਇਆ,
ਨਾ ਉਹ ਐਸਡੀਐਮ ਡਿਸਮਿਸ ਹੋਇਆ ਹੈ, ਤੇ ਨਾ ਹੀ ਜਿਹੜੇ ਕਿਸਾਨਾਂ ਦੇ ਸੱਟਾਂ ਵੱਜੀਆਂ ਤੇ ਜਿਹੜਾ ਇੱਕ ਸ਼ਹੀਦ ਹੋਇਆ ਉਹਨੂੰ ਮੁਆਵਜ਼ਾ ਦਿੱਤਾ ਗਿਆ। ਤੇ ਕਦੋਂ ਦੋ ਬੀਜੇਪੀ ਸਰਕਾਰ? ਇਹ ਸਵਾਲ ਹੈ। ਆਮ ਆਦਮੀ ਪਾਰਟੀ ਨੂੰ ਮੇਰਾ ਸਵਾਲ ਹੈ ਕਿ ਤੁਸੀਂ ਕ੍ਰਿਸ਼ੀ ਕਾਨੂੰਨਾਂ ਦੇ ਜੇ ਇੰਨੇ ਖਿਲਾਫ ਹੋ, ਕਿਸਾਨਾਂ ਦੇ ਇੰਨੇ ਨਾਲ ਹੋ, ਤਾਂ ਕ੍ਰਿਸ਼ੀ ਕਾਨੂੰਨਾਂ ਨੂੰ ਵਾਇਆ ਗਜ਼ਟ ਨੋਟੀਫਿਕੇਸ਼ਨ 23 ਨਵੰਬਰ ਨੂੰ ਦਿੱਲੀ ਵਿਧਾਨ ਸਭਾ ਦੇ ਵਿੱਚ ਪਾਸ ਕਿਉਂ ਕੀਤਾ? ਬੀਜੇਪੀ ਨੂੰ ਮੇਰਾ ਸਵਾਲ ਹੈ ਕਿ ਤੁਸੀਂ ਰਾਜ ਸਭਾ ਦੇ ਵਿੱਚ ਵੌਇਸ ਵੋਟ ਕਰਾਇਆ, ਫਿਜ਼ੀਕਲ ਵੋਟ ਡਿਮਾਂਡ ਹੋਇਆ ਸੀਗਾ ਬਾਈ ਮਿਸਟਰ ਡੈਰਿਕ ਓਬਰੇਨ, ਕਿਉਂ ਵਾਇਲੇਟ ਕੀਤਾ ਪ੍ਰੋਸੀਜਰ ਨੂੰ? ਸੀਜੇ ਸਾਹਿਬ ਨੇ ਕਹਿਤਾ ਕਿ ਡਿਬੇਟ ਡਿਸਕਸ਼ਨ ਹੋਣੀ ਖਤਮ ਹੋ ਗਈ, ਕਲੈਰਿਟੀ ਨਹੀਂ ਹੈਗੀ ਲਾਜ਼ ਦੇ ਵਿੱਚ। ਅੱਜ ਕੱਲ ਚੀਫ ਜਸਟਿਸ ਆਫ ਇੰਡੀਆ ਨੇ ਇਹ ਚੀਜ਼ ਕਹੀ ਹੈ, ਤੇ ਬੀਜੇਪੀ ਡਿਬੇਟ ਡਿਸਕਸ਼ਨ ਹੀ ਨਹੀਂ ਕਰਦੀ। ਜਿਹੜੇ ਸਟੇਕ ਹੋਲਡਰਸ ਹੈ ਉਹਨਾਂ ਨੂੰ ਕੰਸੀਡਰ ਨਹੀਂ ਕਰਦੀ, ਕੰਸਲਟ ਨਹੀਂ ਕਰਦੀ। ਜਿਵੇਂ ਕਿਸਾਨਾਂ ਬਾਰੇ ਕਾਨੂੰਨ ਬਣਾਇਆ ਉਹਨਾਂ ਨੂੰ ਨਹੀਂ ਪੁੱਛਿਆ ਤੁਹਾਨੂੰ ਚਾਹੀਦਾ ਕਿ ਨਹੀਂ। ਸੋ ਆਲ ਇਨ ਆਲ ਇਹ ਜਿਹੜੇ ਮੈਂ ਸਵਾਲ ਪੁੱਛਿਆ ਤਿੰਨੋਂ ਪਾਰਟੀਆਂ ਨੂੰ ਕਾਈਂਡਲੀ ਇਹਦਾ ਜਵਾਬ ਦੇ ਦਿਓ। ਅਸ਼ਵਨੀ ਜੀ, ਹਾਂ ਤੁਹਾਡੀ ਗੱਲ ਆ ਗਈ। ਕ੍ਰਿਸ਼ਨਪਾਲ ਜੀ, ਇਸ ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਨੁਮਾਇੰਦਿਆਂ ਕੋਲ ਜਾਵਾਂ, ਤੁਹਾਡੀ ਪਾਰਟੀ ਵੱਲੋਂ ਓਪਨਿੰਗ ਰਿਮਾਰਕਸ ਔਰ ਜੋ ਸਵਾਲ ਅਰਸ਼ਪ੍ਰੀਤ ਜੀ ਨੇ ਖੜੇ ਕੀਤੇ ਹਨ ਉਹਨਾਂ ਤੇ ਤੁਹਾਡੀ ਪ੍ਰਤੀਕਿਰਿਆ। ਕ੍ਰਿਸ਼ਨਪਾਲ ਜੀ। ਭਾਰਦਵਾਜ ਜੀ, ਅਰਸ਼ਪ੍ਰੀਤ ਜੀ, ਮੈਂ ਕੱਲੀ ਕੱਲੀ ਗੱਲ ਦਾ ਜਵਾਬ ਦੇਵਾਂਗਾ। ਪਹਿਲੀ ਗੱਲ ਇਹਨਾਂ ਨੇ ਕਹੀ ਕਿ ਬਾਕੀ ਪਾਰਟੀਆਂ ਨੇ ਪ੍ਰਧਾਨ ਨਹੀਂ ਭੇਜੇ, ਇਹਨਾਂ ਦੀ ਪਾਰਟੀ ਦਾ ਪ੍ਰਧਾਨ ਮੀਟਿੰਗ 'ਚ ਗਿਆ, ਪਰ ਕੀ ਪ੍ਰਧਾਨ ਨੇ ਉੱਥੇ ਫੈਸਲਾ ਲੈ ਲਿਆ? ਕੀ ਪ੍ਰਧਾਨ ਉੱਥੇ ਇਸ ਕਾਬਲ ਸੀਗਾ ਕਿ ਉਹ ਫੈਸਲਾ ਲੈ ਸਕੇ? ਉਹਨਾਂ ਨੇ ਵੀ ਇਹੀ ਕਿਹਾ ਜੋ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਅਸੀਂ ਜਾ ਕੇ ਆਪਣੀ ਪਾਰਟੀ 'ਚ ਵਿਚਾਰਾਂਗੇ, ਫਿਰ ਪ੍ਰਧਾਨ ਜਾਏ ਜਾਂ ਦੂਸਰਾ ਜਾਏ, ਕੋਈ ਇਸ ਗੱਲ ਦਾ ਬਹੁਤਾ ਮੈਟਰ ਨਹੀਂ ਕਰਦਾ। ਨੰਬਰ 1 ਉਸ ਸਵਾਲ ਦਾ ਜਵਾਬ ਹੈ। ਨੰਬਰ 2, ਇਹ ਕਹਿੰਦੇ ਆ ਕਿ ਅਨਿਲ ਜੋਸ਼ੀ ਜੀ ਆ ਗਏ ਸ਼੍ਰੋਮਣੀ ਅਕਾਲੀ ਦਲ 'ਚ, ਇਹ ਭੁੱਲ ਗਏ ਕਿ ਇਹਨਾਂ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਤੋਂ ਟਰੈਵਲ ਕਰਕੇ ਆਏ ਸੀ ਕਾਂਗਰਸ 'ਚ। ਆਂਦੇ ਹੀ ਉਹਨੂੰ ਪ੍ਰਧਾਨ ਬਣਾਇਆ ਸੀਗੇ। ਸੁਣ ਲਓ ਅਰਸ਼ਪ੍ਰੀਤ ਜੀ, ਸੁਣ ਲਓ ਪਲੀਜ਼। ਅਰਸ਼ਪ੍ਰੀਤ ਜੀ ਉਹਦੀ ਗੱਲ ਆ ਲੈਣ ਦੋ ਨਾ। ਬੀਜੇਪੀ ਛੱਡ ਕੇ ਆਏ ਸੀ, ਉਹ ਕਾਂਗਰਸ ਜੁਆਇਨ ਕੀਤੀ ਉਹਨਾਂ ਨੇ। ਅਨਿਲ ਜੋਸ਼ੀ ਜੀ ਹੁਣ ਆਏ ਆ, ਤੁਹਾਡੇ ਤਾਂ ਪਾਰਟੀ ਦੇ ਪ੍ਰਧਾਨ ਬਣ ਗਏ ਅੱਗੇ ਉਹ। ਤੀਜੀ ਗੱਲ, ਅਰਸ਼ਪ੍ਰੀਤ ਜੀ ਕਹਿੰਦੇ ਆ ਕਿ ਅਸੀਂ ਵਿਰੋਧ ਨਹੀਂ ਕੀਤਾ। ਅਰਸ਼ਪ੍ਰੀਤ ਜੀ, ਤੁਸੀਂ ਬਹੁਤ ਸੂਝਵਾਨ ਹੋ, ਮੈਂ ਤੁਹਾਡੀ ਗੱਲਾਂ ਦੀ ਬਹੁਤ ਰਿਸਪੈਕਟ ਕਰਦਾ, ਪਰ ਜਦ ਤੁਸੀਂ ਤੱਥਾਂ ਨੂੰ ਅੱਖੋਂ ਉੱਲੇ ਕਰਦੇ ਹੋ ਤਾਂ ਦੁੱਖ ਹੁੰਦਾ ਹੈ। ਸ਼੍ਰੋਮਣੀ ਅਕਾਲੀ ਦਲ ਵਾਹਦ ਇੱਕ ਐਸੀ ਪਾਰਟੀ ਹੈ ਜਿਸ ਨੇ ਲੋਕ ਸਭਾ 'ਚ ਵਿਰੋਧ ਕਾਨੂੰਨਾਂ ਦੇ ਵੋਟ ਪਾਈ ਹੈ। ਤੁਹਾਡੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਔਰ ਦੂਜੀ ਪਾਰਟੀਆਂ ਜਿਹੜੀ ਅੱਜ ਦਾਅਵੇ ਕਰਨੀਆਂ ਕਿਸੇ ਕਿਸਾਨ ਸਮਰਥਕਾਂ, ਇਹ ਵਾਕਆਊਟ ਦਾ ਬਹਾਨਾ ਲਾ ਕੇ ਉੱਤੇ ਪਾਸ ਓਵਰ ਦੇ ਕੇ ਆਈਆਂ ਲੋਕ ਸਭਾ 'ਚ। ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਵਾਹਦ ਪਾਰਟੀ ਹੈ ਜਿਸ ਨੇ ਕਾਨੂੰਨਾਂ ਦੇ ਖਿਲਾਫ ਵੋਟ ਪਾਈ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਕਾਨੂੰਨ ਦੇ ਖਿਲਾਫ ਵੋਟ ਪਾਈ ਹੈ? ਤੁਸੀਂ ਕਾਨੂੰਨ ਦੇ ਖਿਲਾਫ ਵੋਟ ਨਹੀਂ ਪਾਈ, ਤੁਸੀਂ ਬਹਾਨਾ ਬਣਾ ਕੇ ਵਾਕਆਊਟ ਦਾ ਉੱਥੋਂ ਬਾਹਰ ਆ ਕੇ ਖੜ ਗਏ ਕਿਉਂਕਿ ਤੁਸੀਂ ਵਿਰੋਧ 'ਚ ਵੋਟ ਪਾਣਾ ਨਹੀਂ ਸੀ ਚਾਹੁੰਦੇ। ਤੁਸੀਂ ਨਾ ਕਾਨੂੰਨ ਦੇ ਖਿਲਾਫ ਵੋਟ ਨਹੀਂ ਸੀ ਪਾਣਾ ਚਾਹੁੰਦੇ, ਇਸ ਕਰਕੇ ਤੁਸੀਂ ਵਾਕਆਊਟ ਕਰਕੇ ਉਹਨਾਂ ਨੂੰ ਪਾਸ ਓਵਰ ਦਿੱਤਾ ਹੈ। ਤੀਜੀ ਗੱਲ, ਅਨਿਲ ਜੀ, ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅੱਜ ਦੀ ਕਿਸਾਨਾਂ ਦੀ ਮੀਟਿੰਗ ਨੂੰ ਅਟੈਂਡ ਕਰਨ ਗਈ ਹੈ। ਉੱਥੋਂ ਜੋ ਵੀ ਉਹਨਾਂ ਨੇ ਸੁਝਾਅ ਦਿੱਤੇ ਹੈ, ਉਹ ਸਾਡਾ ਇਹੀ ਸਟੈਂਡ ਸੀ ਕਿ ਅਸੀਂ, ਕਿਉਂਕਿ ਲੋਕਤੰਤਰਿਕ ਪਾਰਟੀ ਦਾ ਤਰੀਕਾ ਹੀ ਹੁੰਦਾ ਹੈ, ਇਹ ਨਹੀਂ ਹੁੰਦਾ ਕਿ ਕਿਸੇ ਨੂੰ ਕੋਈ ਉੱਥੇ ਜਾ ਕੇ ਇੱਕਦਮ ਫੈਸਲਾ ਕਰੇ। ਚਾਹੇ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਵੀ ਉੱਥੇ ਗਏ ਸੀ, ਉਹ ਪਾਰਟੀ ਦੇ ਸੂਬਾ ਪ੍ਰਧਾਨ ਸੀ, ਉਹ ਵੀ ਉੱਥੇ ਫੈਸਲਾ ਨਹੀਂ ਕਰ ਸਕੇ ਕਿ ਹਾਂ ਅਸੀਂ ਤੁਹਾਡਾ ਸਮਰਥਨ ਕਰਦੇ ਹਾਂ ਕਿ ਇਸ ਗੱਲ ਦਾ ਕਿ ਨਹੀਂ ਕਰਦੇ। ਉਹਨਾਂ ਨੇ ਵੀ ਉਹੀ ਗੱਲ ਕਹੀ ਹੈ ਕਿ ਅਸੀਂ ਜਾ ਕੇ ਆਪਣੇ ਪਾਰਟੀ ਪਲੇਟਫਾਰਮ ਤੇ ਵਿਚਾਰਾਂਗੇ। ਸਾਡੀ ਪਾਰਟੀ ਨੇ ਸਟੈਂਡ ਲਿਆ ਕਿ ਠੀਕ ਹੈ, ਅਸੀਂ ਤੁਹਾਡੇ ਵਿਚਾਰਾਂ ਦੀ ਕਦਰ ਕਰਦੇ ਹਾਂ, ਪਰੰਤੂ ਅਸੀਂ ਇਸ ਗੱਲ ਨੂੰ ਪਾਰਟੀ ਦੀ ਕੋਰ ਕਮੇਟੀ 'ਚ ਵਿਚਾਰ ਕੇ ਤੁਹਾਨੂੰ ਇਸ ਬਾਰੇ ਆਪਣਾ ਰਾਏ ਸਪਸ਼ਟ ਕਰ ਦੇਵਾਂਗੇ। ਮੇਰਾ ਖਿਆਲ ਹੈ ਕੋਈ ਲੋਕਤੰਤਰ 'ਚ ਇੱਕ ਗੱਲ ਹੈ, ਕੋਈ ਤਾਨਾਸ਼ਾਹ ਨਹੀਂ ਹੁੰਦਾ। ਅੱਜ ਕੱਲ ਡੈਮੋਕ੍ਰੇਸੀ ਹੈ ਤੇ ਸਾਰਿਆਂ ਦੀ ਰਾਏ ਲੈ ਕੇ ਹੀ ਫੈਸਲੇ ਪਾਰਟੀਆਂ ਕਰਦੀਆਂ। ਇਹਦੇ ਵਾਸਤੇ ਮੇਰਾ ਖਿਆਲ ਹੈ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਜਿੱਥੋਂ ਤੱਕ ਕਿਸਾਨਾਂ ਦੇ ਸਮਰਥਨ ਦੀ ਗੱਲ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਤੋਂ ਵੀ ਸਰਟੀਫਿਕੇਟ ਦੀ ਲੋੜ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਕਾਨੂੰਨਾਂ ਦਾ ਡਟ ਕੇ ਵਿਰੋਧ ਕਰਦਾ ਹੈ। ਇਹਨਾਂ ਕਾਨੂੰਨਾਂ ਦੇ ਵਿਰੋਧ ਕਾਰਨ ਹੀ ਅਸੀਂ ਆਪਣਾ 25 ਸਾਲ ਪੁਰਾਣਾ ਗਠਜੋੜ ਤੋੜਨਾ ਪਿਆ ਸਾਨੂੰ। ਇਸੇ ਕਾਰਨ ਲੋਕ ਸਭਾ 'ਚ ਸਾਡੀ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਰਿਜ਼ਾਈਨ ਕੀਤਾ ਹੈ। ਮੇਰਾ ਖਿਆਲ ਹੈ ਕਿ ਇਸ ਤੋਂ ਵੱਧ ਕੋਈ ਅਸੀਂ ਪ੍ਰੂਵ ਨਹੀਂ ਸੀ ਕਰ ਸਕਦੇ ਕਿ ਅਸੀਂ ਕਿਸਾਨਾਂ ਦੇ ਸਮਰਥਨ ਆ। ਅਸੀਂ ਕਿਸਾਨਾਂ ਦੇ ਸਮਰਥਨ 'ਚ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਜੋ ਕੁਝ ਵੀ ਕਾਰਵਾਈ ਕਰਨੀ ਪਈ ਉਹ ਡਟ ਕੇ ਕਰਾਂਗੇ। ਕਿਸਾਨਾਂ ਦੇ ਹੱਕ 'ਚ ਡਟ ਕੇ ਕੱਲ ਵੀ ਖੜੇ ਸੀ, ਅੱਜ ਵੀ ਖੜੇ ਆ, ਫਿਊਚਰ 'ਚ ਵੀ ਖੜੇ ਰਹਾਂਗੇ। ਠੀਕ ਹੈ ਸ਼ਰਮਾ ਜੀ, ਗੱਲ ਆ ਗਈ ਤੁਹਾਡੀ। ਮੇਜਰ ਸਾਹਿਬ, ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਗੱਲਬਾਤ ਆਈ ਹੈ, ਤੁਹਾਡਾ ਓਪਨਿੰਗ ਕਮੈਂਟ। ਮੇਜਰ ਸਾਹਿਬ। ਮਲਹੋਤਰਾ ਸਾਹਿਬ। ਮੇਜਰ
आरपीएस मल्होत्रा हाँ जी जी, आम आवाज आदमी आ रही पार्टी सर, तो। आवाज आ रही। हाँ जी, हाँ जी मल्होत्रा साहब, हाँ जी। हाँ जी अनिल जी, देखो सब तो पहली गल तो ये है कि इस गल विच कोई शक नहीं कि अज पंजाब दा जिहड़ा किसान है उन्हां ते बहुत वड्डी मुसीबत आई हुई है और पिछले करीब सवा साल तो उन्हां दा संघर्ष चल रहा है। और जे आपां किसानां नूं एक पासे कर दईए तो पंजाब विच कुछ खास रह नहीं जाता। सो आम आदमी पार्टी जिहड़ी है शुरू तो ही किसानां दे नाल खड़ी है, हुण भी खड़ी है, अगे भी खड़ी रहेगी और जो भी उन्हां दा फैसला हैगा ਅਸੀਂ उसकी रिस्पैक्ट करते हैं। ਤੁਸੀਂ ਦੇਖੋ ਕਿ ਪੰਜਾਬ ਵਿੱਚ ਕਰੀਬ 12,729 ਪਿੰਡ ਹੈਗੇ ਹੈ ਔਰ ਟੋਟਲ ਪੋਪੂਲੇਸ਼ਨ ਦਾ 62% ਜਿਹੜਾ ਹੈ ਉਹ ਰੂਰਲ ਪੋਪੂਲੇਸ਼ਨ ਹੈ, ਸਾਡੇ ਕਿਸਾਨਾਂ ਦੇ ਨਾਲ ਜੁੜੀ ਹੋਈ ਪੋਪੂਲੇਸ਼ਨ ਹੈ। ਸੋ ਹਰੇਕ ਪਾਰਟੀ ਨੂੰ ਮੈਂ ਸਮਝਦਾ ਕਿ ਕਿਸਾਨਾਂ ਦੇ ਦਾ ਜਿਹੜਾ ਫੈਸਲਾ ਹੈਗਾ, ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਫੈਸਲਾ ਹੈਗਾ ਉਹਦੀ ਇੱਜ਼ਤ ਕਰਨੀ ਚਾਹੀਦੀ ਹੈ। ਔਰ ਜੋ ਉਹਨਾਂ ਨੇ ਕਿਹਾ ਬੜਾ ਜਾਇਜ਼ ਹੈਗਾ ਕਿ ਜਦੋਂ ਤੱਕ ਚੋਣ ਜਾਬਤਾ ਨਹੀਂ ਲਾਗੂ ਹੋ ਜਾਂਦਾ, ਇਲੈਕਸ਼ਨਸ ਅਨਾਉਂਸ ਨਹੀਂ ਹੋ ਜਾਂਦੀਆਂ, ਉਦੋਂ ਤੱਕ ਚੋਣ ਪ੍ਰਚਾਰ ਨਹੀਂ ਕਰਨਾ ਚਾਹੀਦਾ ਔਰ ਅਸੀਂ ਉਹਨਾਂ ਦੇ ਬਿਲਕੁਲ ਨਾਲ ਹਾਂ ਔਰ ਆਮ ਆਦਮੀ ਪਾਰਟੀ ਇਸ ਫੈਸਲੇ ਦੀ ਰਿਸਪੈਕਟ ਕਰਦੀ ਹੈ। ਬਾਕੀ ਦੇਖੋ ਜ਼ਰੂਰੀ ਨਹੀਂ ਕਿ ਜਿਹੜੇ ਲੋਕ ਬਹੁਤ ਜ਼ਿਆਦਾ ਬੋਲਦੇ ਹੈ ਉਹ ਸੱਚੇ ਹੁੰਦੇ ਹੈ। ਮੇਰਾ ਇਸ਼ਾਰਾ ਤੁਸੀਂ ਸਮਝ ਹੀ ਗਏ ਹੋਵੋਗੇ। ਤੇ ਸਾਡੇ ਕਾਂਗਰਸ ਦੇ ਸਪੋਕਸਪਰਸਨ ਆਮ ਆਦਮੀ ਪਾਰਟੀ ਤੇ ਬਾਰ-ਬਾਰ ਇਹ ਇਲਜ਼ਾਮ ਲਗਾਉਂਦੇ ਆ ਕਿ ਆਮ ਆਦਮੀ ਪਾਰਟੀ ਨੇ ਨੋਟੀਫਿਕੇਸ਼ਨਸ ਦੇ ਰਾਹੀਂ ਇਹ ਜਿਹੜੇ ਖੇਤੀ ਕਾਨੂੰਨ ਆ ਉਹ ਲਾਗੂ ਕੀਤੇ। ਅਸ਼ਪ੍ਰੀਤ ਜੀ ਮੈਨੂੰ ਲੱਗਦਾ ਵਕੀਲ ਹੈਗੇ ਹੈ ਤੇ ਕਾਨੂੰਨ ਦਾ ਜਿਹੜਾ ਪਾਸ ਕਰਨ ਦਾ ਤਰੀਕਾ ਔਰ ਲਾਗੂ ਹੋਣ ਦਾ ਤਰੀਕਾ ਇਹ ਤਾਂ 10ਵੀਂ ਚ ਪੜ੍ਹਾ ਦਿੱਤਾ ਜਾਂਦਾ ਹੈ, ਪਰ ਮੈਨੂੰ ਲੱਗਦਾ ਇਹ ਭੁੱਲ ਗਏ ਹੈਗੇ ਹੈ। 10ਵੀਂ ਦੀ ਕਿਤਾਬ ਚੁੱਕ ਕੇ ਦੇਖੋ ਕਿ ਜਦੋਂ ਕੇਂਦਰ ਕੋਈ ਕਾਨੂੰਨ ਪਾਸ ਕਰ ਦਿੰਦਾ ਹੈ, ਲੋਕ ਸਭਾ ਰਾਜ ਸਭਾ ਪਾਸ ਕਰ ਦਿੰਦੀ ਹੈ ਔਰ ਰਾਸ਼ਟਰਪਤੀ ਸਾਈਨ ਕਰ ਦਿੰਦਾ, ਉਸੇ ਟਾਈਮ ਸਾਰੇ ਦੇਸ਼ 'ਚ ਕਾਨੂੰਨ ਲਾਗੂ ਹੋ ਜਾਂਦਾ ਹੈ। ਕੋਈ ਰਾਜ ਸਰਕਾਰ ਉਸ 'ਚ ਕੁਝ ਨਹੀਂ ਕਰ ਸਕਦੀ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਉਸ ਦੇ ਰਾਹੀਂ ਉਹਨਾਂ ਨੇ ਦਿੱਲੀ ਦੀਆਂ ਮੰਡੀਆਂ ਦਾ ਦਾਇਰਾ ਵਧਾਇਆ, ਕਿਉਂਕਿ ਇਹ ਜਿਹੜੇ 3 ਖੇਤੀ ਕਾਨੂੰਨ ਹੈ ਇਹ ਏਪੀਐਮਸੀ ਮੰਡੀਆਂ ਤੋਂ ਬਾਹਰ ਲਾਗੂ ਹੈ। ਸੋ ਜਦੋਂ ਉਹਨਾਂ ਮੰਡੀਆਂ ਦਾ ਦਾਇਰਾ ਵੱਧਦਾ ਹੈ ਤਾਂ ਕਿਸਾਨਾਂ ਨੂੰ ਫਾਇਦਾ ਹੁੰਦਾ ਔਰ ਇਹ ਕਾਨੂੰਨ ਜਿਹੜੇ ਆ ਉਹ ਕਮਜ਼ੋਰ ਹੁੰਦੇ ਹੈ। ਸੋ ਆਮ ਆਦਮੀ ਪਾਰਟੀ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਨਾਲ ਕਿਸਾਨਾਂ ਨੂੰ ਫਾਇਦਾ ਪਹੁੰਚਾਇਆ। ਔਰ ਬਾਕੀ ਦੇਖੋ ਸ਼ੋਰ ਮਚਾਉਣ ਨਾਲ ਜਾਂ ਬਹੁਤ ਜ਼ਿਆਦਾ ਗੱਲਾਂ ਕਰਨ ਨਾਲ ਬੰਦਾ ਸੱਚਾ ਨਹੀਂ ਹੁੰਦਾ। ਸੱਚਾਈ ਕੀ ਹੈ, ਅੱਜ ਕੱਲ ਕੋਈ ਸਾਡੇ ਕਿਸਾਨ ਵੀਰ ਵੀ ਜਿਹੜੇ ਆ ਬਹੁਤ ਪੜ੍ਹੇ ਲਿਖੇ ਹੈਗੇ ਹੈ, ਕੋਈ ਰੋਟੀ ਨੂੰ ਚੋਚੀ ਨਹੀਂ ਕਹਿੰਦੇ। ਉਹਨਾਂ ਨੂੰ ਕਾਨੂੰਨਾਂ ਦਾ ਵੀ ਪਤਾ ਹੈ, ਕਾਨੂੰਨੀ ਦਾਅ ਪੇਚ ਦਾ ਵੀ ਪਤਾ ਹੈ ਔਰ ਕਿਹੜੀ ਪਾਰਟੀ ਕਿੱਥੇ ਖੜੀ ਹੈ ਇਸ ਦਾ ਵੀ ਪਤਾ ਹੈ। ਸੋ ਮੈਂ ਹੋਰ ਜ਼ਿਆਦਾ ਕੁਝ ਨਹੀਂ ਕਹਾਂਗਾ, ਬਸ ਇੰਨਾ ਕਹਾਂਗਾ ਕਿ ਅਸੀਂ ਕਿਸਾਨਾਂ ਦੇ ਇਸ ਫੈਸਲੇ ਦਾ ਜਿਹੜਾ ਸਵਾਗਤ ਕਰਦੇ ਹਾਂ ਔਰ ਇਹਦੀ ਇੱਜ਼ਤ ਕਰਦੇ ਹਾਂ। ਠੀਕ ਹੈ ਜੋਸ਼ੀ ਸਾਹਿਬ, ਚੇਤਨ ਜੋਸ਼ੀ ਜੀ ਸਰ ਸਭ ਤੋਂ ਜ਼ਿਆਦਾ ਸਵਾਲ ਜਿਹੜੇ ਆ ਉਹ ਬੀਜੇਪੀ ਤੇ ਉੱਠ ਰਹੇ ਆ। ਨਹੀਂ, ਬੀਜੇਪੀ ਦੇ ਉੱਤੇ ਤਾਂ ਸਵਾਲ ਤੁਸੀਂ ਸਾਰਿਆਂ ਨੇ ਚੱਕਣਾ ਹੀ ਚੱਕਣਾ ਵਾ, ਲੇਕਿਨ ਮੈਂ ਇੱਥੇ ਅੱਜ ਇਹ ਪੁੱਛਦਾ ਗੱਲ, ਮੇਰੇ ਸਤਿਕਾਰਯੋਗ ਵੀਰ ਹੋਣੀ ਆਮ ਆਦਮੀ ਪਾਰਟੀ ਤੋਂ ਵੀ ਨੇ, ਬੀਜੇਪੀ ਤੋਂ ਵੀ ਨੇ, ਕਾਂਗਰਸ ਤੋਂ ਵੀ ਨੇ। ਅਨਿਲ ਜੀ, ਜਦ ਇੰਨੀ ਗੱਲ ਕਹੀ ਗਈ ਸੀਗੀ ਜਾਂ ਇਹ ਕਿਸਾਨ ਜਥੇਬੰਦੀਆਂ ਜਾਂ ਸਾਡੇ ਕਿਸਾਨਾਂ ਦੇ ਸਤਿਕਾਰਯੋਗ ਜਿੰਨੇ ਵੀ ਲੀਡਰ ਸਾਹਿਬਾਨ ਸੀਗੇ, ਉਹ ਇੰਨੀ ਗੱਲ ਕਹਿੰਦੇ ਸੀਗੇ ਕਿ ਇਹ ਰਾਜਨੀਤਿਕ ਤੋਂ ਹਟ ਕੇ ਆ ਸਾਡੀ ਐਜੀਟੇਸ਼ਨ। ਇਸ ਅੰਦੋਲਨ ਦੇ ਵਿੱਚ ਰਾਜਨੀਤਿਕ ਪਾਰਟੀਆਂ ਦਾ ਕੋਈ ਬਹੁਤਾ ਵੈਲਕਮ ਨਹੀਂ ਹੈਗਾ, ਕਿਸਾਨੀ ਰੂਪ ਦੇ ਵਿੱਚ ਆ ਕੇ ਸਾਨੂੰ ਜੁਆਇਨ ਕਰ ਸਕਦੇ ਨੇ। ਫਿਰ ਅੱਜ ਐਸੀ ਕਿਹੜੀ ਨੌਬਤ ਪੈ ਗਈ ਕਿ ਸਾਡੇ ਸਤਿਕਾਰਯੋਗ ਕਿਸਾਨ ਜਥੇਬੰਦੀਆਂ ਨੂੰ ਇਹ ਕਹਿਣਾ ਪੈ ਗਿਆ ਕਿ ਜਦੋਂ ਸਾਡਾ ਅੰਦੋਲਨ ਚੱਲਦਾ ਪਿਆ ਵਾ ਇਸ ਦੌਰਾਨ ਤੁਸੀਂ ਆਪਣੀਆਂ ਰੈਲੀਆਂ ਨਾ ਕਰੋ। ਦੂਸਰੀ ਗੱਲ, ਕਾਂਗਰਸ ਨੂੰ ਔਰ ਵੀ ਆਪਣੇ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਨੇ ਕਿਹਾ ਜੀ ਇਹਨਾਂ ਨੇ ਫੈਸਲਾ ਨਹੀਂ ਲਿਆ ਤੇ ਆਮ ਆਦਮੀ ਪਾਰਟੀ ਕਹਿੰਦੀ ਵੀ ਜੀ ਅਸੀਂ ਬਿਲਕੁਲ ਕਿਸਾਨਾਂ ਦੇ ਨਾਲ ਆ। ਦੇਖੋ ਗੱਲ ਇਹ ਹੈਗੀ ਆ ਕਿ ਸਾਡਾ ਸੈਂਟਰ ਗਵਰਨਮੈਂਟ ਹੈ ਸਾਡੀ, ਠੀਕ ਹੈ ਜੀ, ਸਾਡਾ ਪਹਿਲਾ ਕਰਤੱਵ ਇਹੋ ਹੀ ਆ ਕਿ ਅਸੀਂ ਲੋਕਾਂ ਨੇ ਕਿਸਾਨਾਂ ਨੂੰ ਸੁਰੱਖਿਆ ਪ੍ਰੋਵਾਈਡ ਕਰਨੀ ਆ ਬਾਰਡਰ ਤੇ ਉੱਥੇ ਬੈਠਿਆਂ। ਦੂਸਰੀ ਗੱਲ, ਜੋ ਸਹੂਲਤਾਂ ਉੱਥੇ ਚਾਹੀਦੀਆਂ ਨੇ ਬੀਜੇਪੀ ਪ੍ਰੋਵਾਈਡ ਕਰ ਰਹੀ ਆ। ਤੀਸਰੀ ਗੱਲ, ਲੋਕਤਾਂਤਰਿਕ ਢੰਗ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਆਪਣਾ ਪ੍ਰਚਾਰ ਵੀ ਕਰ ਰਹੇ ਹਾਂ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇੱਥੇ ਤੁਹਾਨੂੰ ਦੱਸ ਦਿਆਂ ਕਿ ਦਿਨ ਬ ਦਿਨ ਸਾਨੂੰ ਲੋਕਾਂ ਵੱਲੋਂ ਜਿਹੜਾ ਹੁੰਗਾਰਾ ਮਿਲਦਾ ਪਿਆ ਵਾ, ਅਸੀਂ ਲੋਕਤਾਂਤਰਿਕ ਢੰਗ ਦੇ ਨਾਲ ਆਪਣਾ ਪ੍ਰਚਾਰ ਕਰਦੇ ਪਏ ਹਾਂ। ਕਈ ਥਾਵਾਂ ਦੇ ਉੱਤੇ ਠੀਕ ਆ, ਸਾਡੀਆਂ ਮਹਿਲਾ ਮੋਰਚਾ ਨੇ ਜਦੋਂ ਕੋਈ ਮੀਟਿੰਗ ਕਰਨੀ ਸੀ ਜਾਂ ਕਿਸੇ ਨੇ ਮੀਟਿੰਗ ਕਰਨੀ ਸੀ, ਕੁਝ ਲੋਕਾਂ ਨੇ ਆ ਕੇ, ਅਸੀਂ ਤਾਂ ਇਲਜ਼ਾਮ ਵੀ ਨਹੀਂ ਲਾਉਂਦੇ ਕਿਸੇ ਤੇ ਇਦਾਂ ਦਾ ਕਿ ਕਿੰਨੇ ਆ ਕੇ ਰੋਕਿਆ ਜਾਂ ਕਿੰਨੇ ਆ ਕੇ ਹੁੜਦੰਗ ਮਚਾਇਆ, ਲੇਕਿਨ ਇਹ ਡੈਮੋਕ੍ਰੈਟਿਕ ਵੇ ਆ। ਜੇ ਕਿਸਾਨਾਂ ਨੇ ਸਾਰੀਆਂ ਸਤਿਕਾਰਯੋਗ ਪਾਰਟੀਆਂ ਨੂੰ ਬੁਲਾ ਕੇ ਉਹਨਾਂ ਨਾਲ ਚਰਚਾ ਕੀਤੀ ਆ, ਇਹ ਕਿਸਾਨਾਂ ਦੀ ਤੇ ਉਹਨਾਂ ਪਾਰਟੀਆਂ ਦੀ ਆਪਸ ਦੇ ਵਿੱਚ ਇੱਕ ਸੂਝ-ਬੂਝ ਤੇ ਉਹਨਾਂ ਦੀ ਇੱਕ ਮਿਊਚੁਅਲ ਅੰਡਰਸਟੈਂਡਿੰਗ ਆ।
ਬੀਜੇਪੀ ਨੂੰ ਉਹਨਾਂ ਨੇ ਨਹੀਂ ਬੁਲਾਇਆ, ਕੋਈ ਗੱਲ ਨਹੀਂ, ਸਾਡੇ ਵਾਸਤੇ ਫਿਰ ਵੀ ਕਿਸਾਨ ਸਤਿਕਾਰਯੋਗ ਨੇ। ਔਰ ਅਸੀਂ ਲੋਕ ਪੰਜਾਬ ਦੇ ਵਿੱਚ ਆਪਣਾ ਪ੍ਰਚਾਰ ਬੜੇ ਸਮੁੱਚਾ ਬੜੇ ਸੁਖਾਨ ਢੰਗ ਨਾਲ ਕਰਦੇ ਪਏ ਆ, ਸ਼ਾਂਤੀਪੂਰਵਕ ਕਰਦੇ ਪਏ ਆ। ਸਾਡੀ ਤੁਸੀਂ ਦੇਖੋ ਪਿਛਲੇ ਮਹੀਨੇ ਦੇ ਵਿੱਚ ਬੜੀ ਇੱਕ ਤੁਹਾਨੂੰ ਵੀ ਮੀਡੀਆ ਨੂੰ ਇੱਕ ਗੱਲ ਦਾ ਖਬਰ ਮਿਲਦੀ ਆ, 9000 ਤੋਂ ਵੱਧ ਜਿਹੜੀਆਂ ਜੁਆਇਨਿੰਗਸ ਹੋਈਆਂ ਨੇ। ਕੁਝ ਠੀਕ ਆ, ਆਪਸੀ ਮਤਭੇਦ ਕਰਕੇ ਕੁਝ ਪੁਰਾਣੇ ਦੋਸਤ ਸਾਡੇ ਕੋਲ ਜਾ ਚੁੱਕੇ ਨੇ, ਕੁਝ ਨਵੇਂ ਆ ਰਹੇ ਨੇ। ਇਹ ਡੈਮੋਕ੍ਰੈਟਿਕ ਵੇ ਆ, ਇਹ ਤੇ ਹਰ ਇੱਕ ਨੂੰ ਆਪਣੇ ਸਿਸਟਮ ਕਹਿਣ ਦੀ ਜਿਹੜੀ ਹੈਗੀ ਆ ਇਜਾਜ਼ਤ ਮਿਲਦੀ ਆ। ਬਾਕੀ ਕਿਸਾਨਾਂ ਨੂੰ ਜਦ ਰਾਜਨੀਤਿਕ ਰੂਪ ਦੇ ਵਿੱਚ ਇਸ ਐਜੀਟੇਸ਼ਨ ਨੂੰ ਉਹਨਾਂ ਨੇ ਮਨਾ ਕੀਤਾ ਸੀ, ਤੇ ਇਹਨਾਂ ਸਾਰੀਆਂ ਜਥੇਬੰਦੀਆਂ ਨੇ ਬੁਲਾ ਕੇ ਇਹ ਗੱਲ ਕਰਨੀ ਕਿਤਨਾ ਕਿਤੇ ਨਹੀਂ ਜੋਸ਼ੀ ਸਾਹਿਬ ਇਹ ਗੱਲ ਇੱਕ ਮਿੰਟ ਤੁਹਾਨੂੰ ਇੰਟਰਪਟ ਕਰ ਜੀ ਉਹਨਾਂ ਨੇ ਬੁਲਾ ਕੇ ਕੋਈ ਪੋਲੀਟੀਕਲ ਗੱਲ ਨਹੀਂ ਕੀਤੀ, ਉਹਨਾਂ ਨੇ ਸਿਰਫ ਇਹੀ ਗੱਲ ਕੀਤੀ ਹੈ ਕਿ ਜਦੋਂ ਤੱਕ ਉਹਨਾਂ ਦਾ ਅੰਦੋਲਨ ਚੱਲ ਰਿਹਾ ਹੈ, ਅੰਦੋਲਨ ਕੰਟੀਨਿਊ ਕਰ ਰਿਹਾ ਹੈ, ਉਹਨਾਂ ਦਾ ਕੋਈ ਉਹਨਾਂ ਨੇ ਅਪੀਲ ਕੀਤੀ ਕਿ ਜਦੋਂ ਤੱਕ ਕੋਡ ਨਹੀਂ ਲੱਗ ਜਾਂਦਾ ਉਦੋਂ ਤੱਕ ਤੁਸੀਂ ਪ੍ਰਚਾਰ ਜਿਹੜਾ ਹੈ ਉਹ ਨਾ ਕਰੋ, ਆਪਣਾ ਉਹ ਰੋਕੋ। ਉਹਨਾਂ ਨੇ ਕੋਈ ਪੋਲੀਟੀਕਲ ਨਹੀਂ ਬਣਾਇਆ, ਉਹਨਾਂ ਨੇ ਇੱਕ ਅਪੀਲ ਕੀਤੀ ਹੈ ਕਿ ਉਹਦੇ ਨਾਲ ਜਿਹੜਾ ਹੈ ਉਹਨਾਂ ਦੇ ਅੰਦੋਲਨ ਤੇ ਫਰਕ ਪੈਂਦਾ। ਇਹ ਗੱਲ ਤੁਸੀਂ ਮੇਰੀ ਗੱਲ ਸ਼ਾਇਦ ਵਿੱਚੋਂ ਪੂਰੀ ਤਰ੍ਹਾਂ ਸੁਣੀ ਨਹੀਂ। ਮੈਂ ਕਿਹਾ ਮਿਊਚੁਅਲ ਅੰਡਰਸਟੈਂਡਿੰਗ ਆ ਉਹਨਾਂ ਦੀ, ਉਹਨਾਂ ਨੇ ਠੀਕ ਆ ਪਰ ਪੋਲੀਟੀਕਲ ਕੀਤੀ। ਦੇਖੋ ਸਾਰੀਆਂ ਪਾਰਟੀਆਂ ਮੇਰੇ ਵਾਸਤੇ ਸਾਡੇ ਮਤਭੇਦ ਨੇ, ਸਾਡੀਆਂ ਕੋਈ ਦੁਸ਼ਮਣ ਪਾਰਟੀਆਂ ਨਹੀਂ ਹੈਗੀਆਂ। ਸਾਡੇ ਮਤਭੇਦ ਹੋ ਸਕਦੇ ਆ, ਸਾਡੀ ਦੁਸ਼ਮਣੀ ਕਿਸੇ ਪਾਰਟੀ ਨਾਲ ਨਹੀਂ ਹੈਗੀ। ਦੂਸਰੀ ਗੱਲ ਆ ਕਿ ਕਿਸਾਨਾਂ ਨੇ ਜੇ ਉਹਨਾਂ ਨਾਲ ਕਿਸਾਨ ਜਥੇਬੰਦੀਆਂ ਨੇ ਜੇ ਆਪਣੀ ਗੱਲ ਚਰਚਾ ਇਹਨਾਂ ਨਾਲ ਰੱਖੀ ਆ, ਹਰ ਇੱਕ ਪਾਰਟੀ ਦਾ ਆਪਣਾ ਇੱਕ ਸੁਭਾਅ ਹੁੰਦਾ, ਉਹਨਾਂ ਨੇ ਉਸ ਦਾ ਜਵਾਬ ਕਿਸ ਢੰਗ ਦੇ ਨਾਲ ਦੇਣਾ। ਲੇਕਿਨ ਕਹਿਣ ਦਾ ਇੱਥੇ ਮਤਲਬ ਬਣਦਾ ਕਿ ਜੇ ਕੋਈ ਪਾਰਟੀ ਆਪਣੀ ਲੋਕਤਾਂਤਰਿਕ ਢੰਗ ਦੇ ਨਾਲ ਪ੍ਰਚਾਰ ਕਰਦੀ ਪਈ ਆ, ਠੀਕ ਹੈ ਜੀ, ਤੁਸੀਂ ਉਹਨਾਂ ਨੂੰ ਬੁਲਾ ਕੇ ਇੰਨੀ ਗੱਲ ਕਹਿ ਰਹੇ ਹੋ, ਤੁਹਾਡੀ ਅੰਡਰਸਟੈਂਡਿੰਗ ਆ ਜਾਂ ਅਪੀਲ ਆ ਜਾਂ ਰਿਕੁਐਸਟ ਆ ਜਾਂ ਤੁਹਾਡੀ ਇੱਕ ਸਲਾਹ ਹੋ ਸਕਦੀ ਆ। ਲੇਕਿਨ ਮੇਰੇ ਮੁਤਾਬਕ ਜੇ ਕਿਸਾਨ ਅੰਦੋਲਨ ਯੂਪੀ ਉੱਥੇ ਦਿੱਲੀ ਬਾਰਡਰ ਤੇ ਚੱਲਦਾ ਪਿਆ ਵਾ ਔਰ ਉਹਨਾਂ ਨੂੰ ਉੱਥੇ ਪੂਰੇ ਸ਼ਾਂਤਮਈ ਢੰਗ ਨਾਲ, ਡੈਮੋਕ੍ਰੈਟਿਕ ਵੇ ਨਾਲ, ਲੋਕਤਾਂਤਰਿਕ ਢੰਗ ਦੇ ਨਾਲ ਉੱਥੇ ਪੂਰੀ ਤਰ੍ਹਾਂ ਦੀਆਂ ਉਹਨਾਂ ਨੂੰ ਸੁਰੱਖਿਆਵਾਂ ਦਿੱਤੀਆਂ ਗਈਆਂ ਨੇ, ਉਹਨਾਂ ਨੂੰ ਸਹੂਲਤਾਂ ਵੀ ਦਿੱਤੀਆਂ ਗਈਆਂ ਨੇ। ਬੀਜੇਪੀ ਦੀ ਸਰਕਾਰ ਆ ਉੱਥੇ ਤੁਸੀਂ ਦੇਖੋ ਉੱਤੋਂ ਜਾਂ ਕਿਤੇ ਉਰੇ ਪਰੇ ਤੇ ਨਹੀਂ ਲਾਈਟ ਆਉਂਦੀ, ਲਾਈਟ ਵੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਗਈ ਆ, ਉਹਨਾਂ ਦੇ ਸੈਨੀਟਾਈਜੇਸ਼ਨ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਵਾ, ਉੱਥੇ ਹਰ ਤਰ੍ਹਾਂ ਦੀਆਂ ਉਹ ਸਹੂਲਤਾਂ ਵੀ ਪ੍ਰੋਵਾਈਡ ਕੀਤੀਆਂ ਗਈਆਂ ਨੇ ਕਿ ਲੋਕਤਾਂਤਰਿਕ ਢੰਗ ਦੇ ਨਾਲ ਕਿਸਾਨ ਆਪਣੀ ਐਜੀਟੇਸ਼ਨ ਜੇ ਕਰ ਰਹੇ ਨੇ ਤੇ ਬੀਜੇਪੀ ਦੇ ਜਿੰਨੇ ਵੀ ਸਾਡੇ ਲੋਕ ਉਹਨਾਂ ਦੇ ਸੰਪਰਕ ਵਿੱਚ ਹੈਗੇ ਨੇ, ਚਾਹੇ ਕਿਸਾਨ ਜਥੇਬੰਦੀਆਂ ਦੇ ਸਤਿਕਾਰਯੋਗ ਪੀਆਰਓਜ਼ ਨੇ ਜਾਂ ਸਾਡੇ ਉਧਰ ਲੋਕ, ਆਪਸ ਦੇ ਵਿੱਚ ਸਲਾਹ ਕਰਕੇ ਕੋਈ ਨਾ ਕੋਈ ਮੁੱਦੇ ਦਾ ਹੱਲ ਅਸੀਂ ਕੱਢਾਂਗੇ ਜ਼ਰੂਰ। ਲੇਕਿਨ ਕਿਸਾਨਾਂ ਦੀ ਜੋ ਇਹਨਾਂ ਦੇ ਨਾਲ ਗੱਲ ਹੋਈ ਨਾ ਸਾਡੀ ਦੂਸਰੀਆਂ ਸਤਿਕਾਰਯੋਗ ਪਾਰਟੀਆਂ ਦੇ ਨਾਲ, ਬਈ ਇਹ ਉਹਨਾਂ ਦਾ ਇੱਕ ਪਰਸਨਲ ਇਸ਼ੂ ਆ, ਲੇਕਿਨ ਇਹਨੂੰ ਰਾਜਨੀਤਿਕ ਪਾਰਟੀਆਂ ਦੇ ਕੋਲ ਹੈਲਪਲਾਈਨ ਜਾਣੀ, ਇਹ ਗੱਲ ਇੱਕ ਪ੍ਰਸ਼ਨ ਚਿੰਨ੍ਹ ਵੀ ਲਾ ਦਿੰਦੀ ਹੈ ਕਿ ਆਖਰ ਕਿਸਾਨਾਂ ਨੂੰ ਰਾਜਨੀਤਿਕ ਪਾਰਟੀਆਂ ਕੋਲ ਜਾਣ ਦਾ ਕਿ ਕਾਰਨ ਕੀ ਬਣਿਆ, ਕਿਉਂ ਗਏ, ਜਦ ਕਿ ਉਹਨਾਂ ਦਾ ਉੱਥੇ ਐਜੀਟੇਸ਼ਨ ਚੱਲ ਰਹੀ ਹੈ, ਬੀਜੇਪੀ ਦੀ ਸਰਕਾਰ ਨਾਲ ਇਹਨਾਂ ਦੀ ਗੱਲਬਾਤ ਵੀ ਚੱਲ ਰਹੀ ਹੈ। ਜਲਦ ਹੀ ਕਿਸੇ ਨਾ ਕਿਸੇ ਚਲੋ ਅਸ਼ਮੀਤ ਜੀ ਆ ਗਏ ਤੁਹਾਡੇ ਕੋਲ ਹੀ ਆ ਰਹੇ ਹੈ। ਅਸ਼ਮੀਤ ਜੀ ਦੋ ਚੀਜ਼ਾਂ ਦੇਖੋ, ਇੱਕ ਚੀਜ਼ ਤਾਂ ਕਲੀਅਰ ਹੈ ਕਿ ਇਸ ਮਸਲੇ ਦਾ ਹੱਲ ਕੱਢਣਾ ਪਏਗਾ, ਇਸ ਮਸਲੇ ਦਾ ਹੱਲ ਕੱਢੇ ਬਿਨਾ ਕੋਈ ਗੁਜ਼ਾਰਾ ਨਹੀਂ ਹੈ, ਇਹ ਹੋਏਗਾ। ਉੱਥੇ ਅੱਜ ਜਿਹੜੀ ਇੱਕ ਹੋਰ ਗੱਲ ਆਈ, ਪਹਿਲੀ ਗੱਲ ਤਾਂ ਇਹੀ ਹੈ ਕਿ ਕਾਂਗਰਸ ਨੇ ਕਿਹਾ ਕਿ ਅਸੀਂ ਇਹਦੇ ਤੇ ਵਿਚਾਰ ਕਰਾਂਗੇ, ਕੀ ਵਿਚਾਰ ਹੁੰਦਾ, ਕੀ ਫੈਸਲਾ ਹੁੰਦਾ, ਉਹ ਪਾਰਟੀ ਲੈਵਲ ਦੀ ਗੱਲ ਹੈ, ਕੀ ਹੋਏਗਾ ਉੱਥੇ। ਇੱਕ ਚੀਜ਼ ਆ ਗਈ ਮੈਨੀਫੈਸਟੋ ਦੀ, ਮੈਨੀਫੈਸਟੋ ਦੇ ਬਾਰੇ ਗੱਲ ਆਈ ਹੈ ਕਿ ਮੈਨੀਫੈਸਟੋ ਜਿਹੜਾ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਤੇ ਬਾਅਦ ਚ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੈ ਲੀਡਰਾਂ ਨੇ ਜਥੇਬੰਦੀਆਂ ਦੇ, ਉਹਨਾਂ ਨੇ ਇਹ ਕਿਹਾ ਕਿ ਪਾਰਟੀਆਂ ਸਾਰੀਆਂ ਇਸ ਤੇ ਸਹਿਮਤ ਹੋਈਆਂ ਕਿ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਪਲੱਸ ਇੱਕ ਕੈਲੰਡਰ ਹੋਣਾ ਚਾਹੀਦਾ ਕਿ ਅਸੀਂ ਅਗਰ ਇਹ ਵਾਅਦਾ ਕਰ ਰਹੇ ਹਾਂ ਇੰਨੇ ਟਾਈਮ 'ਚ ਵਾਅਦਾ ਪੂਰਾ ਹੋਏਗਾ। ਉਹਦੇ 'ਚ ਉਹਨਾਂ ਨੇ ਜਿਹੜੇ ਪਿਛਲੇ ਕਿਸਾਨੀ ਕਰਜ਼ ਮਾਫੀ ਦੇ ਵਾਅਦੇ ਸੀ ਉਹਨਾਂ ਤੇ ਵੀ ਕਈ ਸਵਾਲ ਚੱਕੇ। ਇਹ ਸਵਾਲ ਜਿਹੜੇ ਆ ਕੇ ਖੜ ਜਾਂਦੇ ਕਾਂਗਰਸ, ਕਿਉਂਕਿ ਮੌਜੂਦਾ ਕਾਂਗਰਸ ਗਵਰਨਮੈਂਟ ਦਾ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਉਹ ਮੰਨ ਕੇ ਆਏ ਆ। ਅੱਗੇ ਕੀ ਹੋਏਗਾ, ਕਿਸ ਤਰ੍ਹਾਂ ਇਹ ਮਸਲਾ ਜਿਹੜਾ ਹੈ ਕਿਸਾਨਾਂ ਨੂੰ ਕਿਸ ਤਰ੍ਹਾਂ ਸੰਤੁਸ਼ਟ ਕੀਤਾ ਜਾਏ। ਅਰਸ਼ਪ੍ਰੀਤ ਜੀ, ਕਾਂਗਰਸ ਜਿਵੇਂ ਸਾਡੇ ਲੀਡਰਸ ਨੇ ਕਿਹਾ, ਕਾਂਗਰਸ ਇਸ ਬਾਰੇ ਵਿਚਾਰ ਕਰ ਰਹੀ ਹੈ। ਤੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਸੀਗਾ ਕਿ ਅਸੀਂ ਉਹ ਪਾਰਟੀ ਹੈ ਜੇ ਇਫ ਵੀ ਸੇ ਸਮਥਿੰਗ ਵੀ ਡਿਲੀਵਰ ਇਟ। ਅਸੀਂ ਹਵਾਈ ਵਾਅਦੇ ਨਹੀਂ ਕਰਦੇ ਜਿਵੇਂ ਕੁਝ ਪਾਰਟੀਆਂ ਇੱਥੇ ਕਰਦੀਆਂ, ਤੁਸੀਂ ਇਸ਼ਾਰਾ ਮੇਰਾ ਸਮਝ ਗਏ ਹੋਵੋਗੇ। ਮੈਂ ਥੋੜਾ ਰਿਬਟਲ ਵੱਲ ਆਉਣਾ ਚਾਹੁੰਦਾ। ਪਹਿਲਾਂ ਮੈਂ ਸਟਾਰਟ ਕਰਦਾ KPS ਸਾਹਿਬ ਤੋਂ। ਇਹਨਾਂ ਨੇ ਕਿਹਾ ਕਿ ਤੁਸੀਂ ਤੁਹਾਡੇ ਉੱਥੇ ਲੀਡਰ ਚਲੇ ਗਏ, ਚੀਫ ਚਲੇ ਗਏ, ਪਰ ਕੀ ਉਹ ਮੌਕੇ ਤੇ ਫੈਸਲਾ ਲੈ ਸਕੇ? ਅਸੀਂ ਕਿਹਾ ਨਹੀਂ ਵੀ ਫੈਸਲਾ ਲਿਆ ਉਹਨਾਂ ਨੇ, ਪਰ ਉੱਥੇ ਜਾਣਾ ਚੀਫ ਦਾ ਇੱਕ ਆਪਦੇ ਆਪ ਦੇ ਵਿੱਚ ਇਨ ਇਟਸੈਲਫ ਇਜ਼ ਅ ਬਿਗ ਜੈਸਚਰ ਕਿ ਅਸੀਂ ਇੱਜ਼ਤ ਕਰਦੇ ਫਾਰਮਰਸ ਦੀ, ਸਾਨੂੰ ਪਰਵਾਹ ਉਹਨਾਂ ਦੀ ਤੇ ਅਸੀਂ ਉਹਨਾਂ ਲਈ ਕੁਝ ਕਰਨਾ ਚਾਹੁੰਦੇ ਹਾਂ। ਇਹਦਾ ਜੈਸਚਰ ਅਪਰੀਸ਼ੀਏਟ ਹੋਣਾ ਚਾਹੀਦਾ, ਇਹਨੂੰ ਕ੍ਰਿਟਿਸਾਈਜ਼ ਨਹੀਂ ਕਰਨਾ ਚਾਹੀਦਾ। ਦੂਜੀ ਗੱਲ,
ਤੁਸੀਂ ਕਿਹਾ ਕਿ ਨਵਜੋਤ ਸਿੱਧੂ ਜੀ ਬੀਜੇਪੀ ਤੋਂ ਆਏ ਹੈ। ਹੁਣ ਮੈਂ ਤੁਹਾਡੇ ਦਰਸ਼ਕਾਂ ਨੂੰ ਅਪੀਲ ਕਰੂੰਗਾ, ਇਹਨੂੰ ਸਮਝੋ ਪਲੀਜ਼ ਚੀਜ਼ ਨੂੰ। ਜਦੋਂ ਸਿੱਧੂ ਸਾਹਿਬ ਆਏ ਸੀ ਉਦੋਂ ਕ੍ਰਿਸ਼ੀ ਕਾਨੂੰਨ ਨਹੀਂ ਆਏ ਸੀ ਬੀਜੇਪੀ ਵੱਲੋਂ, ਉਹ ਤੋਂ ਪਹਿਲਾਂ ਆਏ ਸੀ ਉਹ। ਜਦੋਂ ਜੋਸ਼ੀ ਸਾਹਿਬ ਅਕਾਲੀ ਦਲ ਦੇ ਵਿੱਚ ਆਏ ਆ, ਉਹ ਕ੍ਰਿਸ਼ੀ ਕਾਨੂੰਨ ਆਉਣ ਤੋਂ ਬਾਅਦ ਤੁਹਾਡੀ ਪਾਰਟੀ ਦੇ ਵਿੱਚ ਆਏ, ਤੇ ਤੁਸੀਂ ਉਹੀ ਪਾਰਟੀ ਹੋ ਜਿਨ੍ਹਾਂ ਨੇ ਜੋਸ਼ੀ ਸਾਹਿਬ ਨੂੰ ਵਿਦ ਓਪਨ ਆਰਮਸ ਐਮਬ੍ਰੇਸ ਕੀਤਾ, ਉਹਨਾਂ ਨੂੰ ਐਕਸੈਪਟ ਕੀਤਾ। ਤੇ ਲੋਕ ਹਜੇ ਵੀ ਕਹਿੰਦੇ ਆ ਤੇ ਪੋਲੀਟੀਕਲ ਲੀਡਰਸ ਵੀ ਕਹਿੰਦੇ ਆ ਕਿ ਸਾਠਗਾਠ ਹਜੇ ਵੀ ਚੱਲ ਰਹੀ ਹੈ। ਤੇ ਤੁਹਾਨੂੰ ਮੈਂ ਇੱਕ ਸਵਾਲ ਪੁੱਛਿਆ ਸੀ ਕਿ ਡਿਸੈਂਟ ਨੋਟ ਮੈਡਮ ਬਾਦਲ ਦਾ ਕਿਉਂ ਨਹੀਂ ਆਇਆ? ਵੱਡੇ ਬਾਦਲ ਸਾਹਿਬ ਨੇ ਹੱਕ 'ਚ ਵੀਡੀਓ ਕਿਉਂ ਬਣਾਈ? ਸੁਖਬੀਰ ਬਾਦਲ ਸਾਹਿਬ ਨੇ ਹੱਕ 'ਚ ਵੀਡੀਓ ਕਿਉਂ ਬਣਾਈ ਕ੍ਰਿਸ਼ੀ ਕਾਨੂੰਨਾਂ ਦੇ? ਮੈਡਮ ਬਾਦਲ ਸਾਹਿਬ ਨੇ ਵੀ ਹੱਕ 'ਚ ਵੀਡੀਓ ਬਣਾਈ ਕ੍ਰਿਸ਼ੀ ਕਾਨੂੰਨਾਂ ਦੇ, ਅੱਜ ਵੀ ਅਵੇਲੇਬਲ ਹੈ YouTube ਤੇ, ਕੋਈ ਵੀ ਦੇਖ ਸਕਦਾ ਜਾ ਕੇ ਉਹਨੂੰ। ਤੇ ਉਹਨੂੰ ਤੁਸੀਂ ਕਿਵੇਂ ਡਿਨਾਈ ਕਰੋਗੇ? ਦੂਜਾ ਜੇ ਰੈਜ਼ਿਗਨੇਸ਼ਨ ਦੇਣਾ ਹੀ ਸੀਗਾ ਤੇ ਰੈਜ਼ਿਗਨੇਸ਼ਨ ਜਦੋਂ ਫਾਰਮ ਆਰਡੀਨੈਂਸਸ ਆ ਗਏ ਸੀ ਉਦੋਂ ਦੇਣਾ ਸੀ। ਤੁਸੀਂ ਵੇਟ ਕਰੀ ਗਏ, ਜਦੋਂ ਦੇਖਿਆ ਵੀ ਯਾਰ ਦਾਲ ਨਹੀਂ ਗਲ ਰਹੀ, ਪ੍ਰੈਸ਼ਰ ਪੈ ਰਿਹਾ, ਲੋਕ ਕ੍ਰਿਟਿਸਾਈਜ਼ ਕਰ ਰਹੇ ਆ, ਤੁਸੀਂ ਯੂ ਟਰਨ ਲੈ ਲਿਆ ਬੜਾ ਕਨਵੀਨੀਐਂਟਲੀ। ਬਟ ਇੱਕ 2013 ਕੰਟਰੈਕਟ ਫਾਰਮਿੰਗ ਐਕਟ ਦਾ ਵੀ ਸਵਾਲ ਪੁੱਛਿਆ ਸੀ ਕਿ ਕਿਉਂ ਲਾਏ? ਤੁਸੀਂ ਇੱਕ ਚੀਜ਼ ਦੇਖਿਓ, ਮੈਂ ਸਾਰੇ ਦਰਸ਼ਕਾਂ ਨੂੰ ਕਹੂੰਗਾ ਕਿ 2013 ਦੇ ਵਿੱਚ ਅਕਾਲੀ ਦਲ ਕੰਟਰੈਕਟ ਫਾਰਮਿੰਗ ਐਕਟ ਲੈ ਕੇ ਆਇਆ ਸੀ, ਕਾਂਗਰਸ ਨੇ ਡਟ ਕੇ ਵਿਰੋਧ ਕੀਤਾ। ਦੂਜਾ, ਹੰਸਰਾਜ ਸਾਹਿਬ ਨੇ ਹਾਲ ਹੀ ਦੇ ਵਿੱਚ ਕਿਹਾ ਕਿ ਜਿਹੜੇ ਵੱਡੇ ਬਾਦਲ ਸਾਹਿਬ ਹੈ 5 ਵਾਰ ਸੀਐਮ ਰਹਿ ਚੁੱਕੇ ਆ, ਉਹਨਾਂ ਨੂੰ ਕੰਸਲਟ ਕੀਤਾ ਗਿਆ ਕ੍ਰਿਸ਼ੀ ਕਾਨੂੰਨ ਲਿਆਉਣ ਤੋਂ ਪਹਿਲਾਂ ਕਿ ਬਾਦਲ ਸਾਹਿਬ ਤੁਹਾਡਾ ਤਜਰਬਾ ਹੈ, ਤੁਸੀਂ ਪੰਜਾਬ ਦੇ ਹੋ, ਜਿਹੜੇ ਪੰਜਾਬ ਦੇ ਕਿਸਾਨ ਹੈ ਸਭ ਤੋਂ ਵੱਧ ਇਫੈਕਟ ਹੋਣਗੇ, ਤੁਸੀਂ ਦੱਸੋ ਕੀ ਕਰੀਏ। ਤੇ ਉਹਨਾਂ ਨੇ ਹੱਕ 'ਚ ਬਿਆਨ ਦਿੱਤਾ ਅਲੈਜਿਡਲੀ। ਤੇ ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈਗੀ ਕਿ ਕਾਂਗਰਸ, ਹੁਣ ਮੈਂ ਕਾਂਗਰਸ ਤੇ ਆ ਰਿਹਾ, ਅਸੀਂ ਜੀ 20 ਅਕਤੂਬਰ ਨੂੰ ਪਹਿਲਾ ਸੂਬਾ ਪੰਜਾਬ ਸੀ, ਪਹਿਲੀ ਸਰਕਾਰ ਕਾਂਗਰਸ ਸੀ ਜਿਨ੍ਹਾਂ ਨੇ ਕ੍ਰਿਸ਼ੀ ਕਾਨੂੰਨਾਂ ਖਿਲਾਫ ਬਿੱਲ ਪਾਸ ਕੀਤੇ, ਉਹਨਾਂ ਨੂੰ ਰੱਦ ਕਰਨ ਲਈ। ਦੂਜੀ ਵਾਰੀ ਅਸੀਂ ਕਰਨ ਜਾ ਰਹੇ ਕਿਉਂਕਿ ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ ਜੀ ਨੇ ਇਹਨੂੰ ਅਸੈਂਟ ਨਹੀਂ ਦਿੱਤਾ। ਮੈਂ ਮਲਹੋਤਰਾ ਸਾਹਿਬ ਤੇ ਆਉਣਾ ਚਾਹੁੰਦਾ। ਮਲਹੋਤਰਾ ਸਾਹਿਬ 10ਵੀਂ ਦੇ ਵਿੱਚ ਕਾਨੂੰਨ ਬਾਰੇ ਤਾਂ ਜ਼ਿਆਦਾ ਨਹੀਂ ਸਿਖਾਉਂਦੇ, ਨਹੀਂ ਤਾਂ ਤੁਹਾਨੂੰ ਇਸ ਚੀਜ਼ ਦਾ ਇਲਮ ਹੁੰਦਾ ਕਿ ਜਿਹੜਾ ਐਗਰੀਕਲਚਰ ਸਬਜੈਕਟ ਹੈ ਇਟ ਫਾਲਸ ਅੰਡਰ ਸਟੇਟ ਲਿਸਟ, ਉਹ ਸੈਂਟਰ ਕੋਲ ਪਾਵਰ ਹੈ ਨਹੀਂ, ਉਹਨਾਂ ਨੇ ਫਿਰ ਵੀ ਬਣਾਇਆ। ਦੂਜਾ, ਸੁਪਰੀਮ ਕੋਰਟ ਨੇ ਆਲਰੇਡੀ ਇਸ ਚੀਜ਼ ਨੂੰ ਰੋਕ ਰੱਖਿਆ, ਇਸ ਚੀਜ਼ ਨੂੰ ਕ੍ਰਿਸ਼ੀ ਕਾਨੂੰਨਾਂ ਤੇ ਹਾਲਟ ਲਾਇਆ ਹੋਇਆ ਹੈ, 2 ਸਾਲ ਦਾ ਲੱਗਿਆ ਹੋਇਆ ਹੈ। ਤੀਜੀ ਗੱਲ, ਤੁਸੀਂ ਕਹਿ ਰਹੇ ਹੋ ਕਿ ਜੇ ਲਾ ਬਣ ਗਿਆ ਆਟੋਮੈਟਿਕਲੀ ਸਾਰੇ ਦੇਸ਼ ਤੇ ਇੰਪਲੀਮੈਂਟ ਹੋ ਜੂ, ਨਾ, ਉਹ ਸਰਕਾਰ ਦੇ ਉੱਤੇ ਹੈ। ਜੇ ਉਹ ਸਰਕਾਰ ਰਿਜੈਕਟ ਕਰਦੀ ਹੈ, ਐਂਟੀ ਬਿਲਸ ਪਾਸ ਕਰਦੀ ਹੈ ਉਹਦੇ ਖਿਲਾਫ, ਤਾਂ ਉਹ ਚੀਜ਼ ਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਸਕਦਾ ਬਿਕਾਜ਼ ਸਟੇਟ ਲਿਸਟ ਦੇ ਅੰਡਰ ਮਲਹੋਤਰਾ ਸਾਹਿਬ ਗੱਲ ਆ ਲੈਣ ਦੋ। ਥੈਂਕ ਯੂ ਅਨਿਲ ਜੀ। ਤੇ ਦੇਖੋ, ਸਟੇਟ ਲਿਸਟ ਦੇ ਵਿੱਚ ਸਾਡਾ ਹੱਕ ਹੈ ਐਗਰੀਕਲਚਰ ਦੇ ਕਾਨੂੰਨ ਬਣਾਉਣਾ, ਸੈਂਟਰ ਬਣਾ ਹੀ ਨਹੀਂ ਸਕਦੀ। ਇਹ ਕਹਿ ਰਹੀ ਹੈ ਕਿ ਤੁਸੀਂ ਸਿਟ ਵਿਦ ਯੋਰ ਆਰਮਸ ਫੋਲਡਡ, ਅੱਖਾਂ ਮੀਚ ਲਓ, ਜੋ ਤਸ਼ੱਦਦ ਢਹਿ ਰਿਹਾ ਕਿਸਾਨਾਂ ਤੇ ਢਈ ਜਾਵੇ, ਤੁਸੀਂ ਕੁਝ ਨਾ ਕਰੋ। ਤਾਂ ਕਰਕੇ ਮੈਂ ਕਹਿਣਾ ਕਿ ਆਮ ਆਦਮੀ ਪਾਰਟੀ ਇੱਥੇ ਐਕਸਪੋਜ਼ ਕਰ ਰਿਹਾ। ਮੈਂ ਬੜੀ ਜ਼ਿੰਮੇਵਾਰੀ ਨਾਲ ਤੁਹਾਨੂੰ ਕਹਿ ਰਿਹਾ ਕਿ ਇਹਨਾਂ ਨੇ ਕ੍ਰਿਸ਼ੀ ਕਾਨੂੰਨ ਵਾਇਆ ਗਜ਼ਟ ਨੋਟੀਫਿਕੇਸ਼ਨ 23 ਨਵੰਬਰ ਨੂੰ ਪਾਸ ਕੀਤੇ, ਮੰਡੀਆਂ ਦੇ ਵਿੱਚ ਇਹਨਾਂ ਨੇ, ਪ੍ਰਾਈਵੇਟ ਮੰਡੀਆਂ ਦੇ ਵਿੱਚ ਕ੍ਰਿਸ਼ੀ ਕਾਨੂੰਨਾਂ ਨੂੰ ਪਾਸ ਕੀਤਾ। ਤੇ ਹੁਣ ਮਲਹੋਤਰਾ ਸਾਹਿਬ ਕਹਿ ਰਹੇ ਬੜੇ ਕਨਵੀਨੀਐਂਟਲੀ ਕਿ ਇੱਕ ਵਾਰੀ ਜੇ ਸੈਂਟਰ ਨੇ ਕਰਤਾ ਤਾਂ ਲਾਗੂ ਹੋ ਗਏ। ਐ ਕਿਵੇਂ ਲਾਗੂ ਹੋ ਗਏ? ਜੇ ਸਟੇਟ ਗਵਰਨਮੈਂਟ ਹੀ ਨਹੀਂ ਕਰੂਗੀ ਤਾਂ ਕਿਵੇਂ ਲਾਗੂ ਹੋ ਜੂ? ਤੁਸੀਂ ਐਂਟੀ ਫਾਰਮ ਬਿਲਸ ਪਾਸ ਕਰਨੇ ਸੀ ਜੋ ਤੁਸੀਂ ਨਹੀਂ ਕੀਤੇ। ਲਾਸਟ ਬਟ ਨਾਟ ਦ ਲੀਸਟ, ਬੀਜੇਪੀ ਨੂੰ ਮੇਰਾ ਇੱਕ ਸਵਾਲ ਹੈ, ਐਸਡੀਐਮ ਨੇ ਤਸ਼ੱਦਦ ਢਾਏ, ਤੁਸੀਂ ਹਜੇ ਵੀ ਜਵਾਬ ਨਹੀਂ ਦਿੱਤਾ। ਤੁਸੀਂ ਯੂ ਕੈਪਟ ਬੀਟਿੰਗ ਅਰਾਊਂਡ ਦ ਬੁਸ਼, ਗੋਲਮੋਲ ਗੱਲ ਕਰੀ ਗਏ। ਇਹ ਦੱਸੋ ਕਿ ਐਸਡੀਐਮ ਨੂੰ ਡਿਸਮਿਸ ਕਿਉਂ ਨਹੀਂ ਕੀਤਾ ਗਿਆ? ਮੁਆਵਜ਼ਾ ਜਿਹੜੇ ਕਿਸਾਨਾਂ ਦੇ ਸੱਟਾਂ ਵੱਜੀਆਂ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਗਿਆ, ਤੇ ਦਓਗੇ ਵੀ ਕਿ ਨਹੀਂ? ਬਟ ਲਾਸਟ, ਉਹ ਐਸਡੀਐਮ ਦਾ ਬਿਆਨ ਹੀ ਦੱਸ ਦਿਓ। ਚਲੋ, ਹੋਰ ਇਹਨਾਂ ਨੇ ਜਵਾਬ ਦੇਣਾ ਨਹੀਂ ਦਿਲ ਕੀ ਬੀਟਿੰਗ ਅਰਾਊਂਡ ਦ ਬੁਸ਼। ਉਹ ਐਸਡੀਐਮ ਦਾ ਜਿਹੜਾ ਬਿਆਨ ਸੀ ਕਿ ਕਿਸਾਨਾਂ ਦੇ ਸਿਰ ਪਾੜੇ ਜਾਣੇ ਚਾਹੀਦੇ ਆ, ਉਹ ਠੀਕ ਹੈ ਜਾਂ ਗਲਤ ਹੈ? ਬੀਜੇਪੀ ਦੇ ਸਪੋਕਸਪਰਸਨ ਮੇਰਾ ਸਵਾਲ ਹੈ। ਅਸ਼ਵਿਨ ਜੀ, ਮੇਰਾ ਜੋ ਪੁਆਇੰਟ ਸੀ ਉਹ ਸੀ ਮੈਨੀਫੈਸਟੋ ਨੂੰ, ਚਲੋ ਤੇ ਆਪਾਂ ਦੁਬਾਰਾ ਗੱਲ ਕਰ ਲੈਂਦੇ ਆ। ਤੁਸੀਂ ਜਿਹੜੇ ਪੁਆਇੰਟਸ ਰੇਜ਼ ਕੀਤੇ ਆ, ਸ਼ਰਮਾ ਜੀ, ਸਭ ਤੋਂ ਪਹਿਲਾਂ ਸ਼ਰਮਾ ਤੋਂ ਜਵਾਬ ਲੈ ਲਵਾਂ। ਕ੍ਰਿਸ਼ਨਪਾਲ ਸ਼ਰਮਾ ਜੀ। ਅਨਿਲ ਜੀ, ਜਵਾਬ ਤਾਂ ਸਾਰਾ ਪੰਜਾਬ ਜਾਣਦਾ ਜੋ ਅਸ਼ਪ੍ਰੀਤ ਜੀ ਨੇ ਸਵਾਲ ਕੀਤੇ ਆ। ਇਹਨਾਂ ਨੇ ਅਨਿਲ ਜੋਸ਼ੀ ਜੀ ਦੀ ਤੁਲਨਾ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨਾਲ ਕੀਤੀ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਬੀਜੇਪੀ ਚੋਂ ਪਹਿਲਾਂ ਛੱਡ ਕੇ ਆਏ ਸੀ, ਅਨਿਲ ਜੋਸ਼ੀ ਜੀ ਕਾਨੂੰਨ ਬਣਨ ਤੋਂ ਬਾਅਦ ਚ ਆਏ ਆ। ਮੈਂ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਵੀ ਔਰ ਅਸ਼ਪ੍ਰੀਤ ਜੀ ਦੀ ਜਾਣਕਾਰੀ ਵਾਸਤੇ ਵੀ ਦੱਸ ਦਵਾਂ ਕਿ ਅਨਿਲ ਜੋਸ਼ੀ ਜੀ ਨੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ, ਉਹਨੇ ਕਦੀ ਸ਼੍ਰੋਮਣੀ ਅਕਾਲੀ ਦਲ ਨੂੰ ਕ੍ਰਿਟਿਸਾਈਜ਼ ਨਹੀਂ ਸੀ ਕੀਤਾ, ਜਦ ਕਿ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਜੀ ਨੇ ਕਾਂਗਰਸ ਦੀ ਨੈਸ਼ਨਲ ਪ੍ਰੈਜ਼ੀਡੈਂਟਸ ਬਾਰੇ ਜੋ ਕੁਝ ਉਹਨਾਂ ਨੇ ਕਿਹਾ, ਉਹ ਮੈਂ ਪਬਲਿਕਲੀ ਹੁਣ ਮੀਡੀਆ 'ਚ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੇਰੀ ਜ਼ਮੀਰ ਅਲਾਉ ਨਹੀਂ ਕਰਦੀ ਕਿ ਨੈਸ਼ਨਲ ਲੈਵਲ ਦੇ ਲੀਡਰ ਦੇ ਖਿਲਾਫ ਮੈਂ ਉਹ ਭਾਸ਼ਾ ਵਰਤਾਂ
ਜੋ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰੈਜ਼ੀਡੈਂਟ ਬਾਰੇ ਬੋਲੇ ਸੀ, ਔਰ ਮੈਂ ਉਹ ਸ਼ਬਦ ਵੀ ਨਹੀਂ ਦੁਹਰਾਉਣਾ ਚਾਹੁੰਦਾ ਅਸ਼ਪ੍ਰੀਤ ਜੀ, ਜੋ ਸ਼ਬਦ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਜਾਣੇ ਮਾਣੇ ਅਰਥ ਸ਼ਾਸਤਰੀ ਜੀ ਦਾ ਵਿਰੋਧੀ ਵੀ ਸਤਿਕਾਰ ਕਰਦੇ ਆ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ ਜੋ ਸ਼ਬਦ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੇ ਵਰਤੇ ਸੀ, ਮੈਂ ਉਹਨਾਂ ਨੂੰ ਵੀ ਮੀਡੀਆ ਦੁਹਰਾਉਣਾ ਨਹੀਂ ਚਾਹੁੰਦਾ, ਕਿਉਂਕਿ ਮੇਰੀ ਜ਼ਮੀਰ ਅਲਾਉ ਨਹੀਂ ਕਰਦੀ ਕਿ ਮੈਂ ਉਸ ਸਤਿਕਾਰਤ ਹਸਤੀ ਦੇ ਖਿਲਾਫ ਉਹ ਸ਼ਬਦ ਵਰਤਾਂ ਜੋ ਤੁਹਾਡੇ ਪ੍ਰਧਾਨ ਨੇ ਵਰਤੇ। ਇਹ ਸ਼ਬਦ ਐਸੇ ਵਰਤੇ ਸੀ ਉਹ ਪੂਰੇ ਦੁਨੀਆ ਨੇ ਸ਼ਰਮਾ ਜੀ, ਦੇਸ਼ ਤੋਂ ਪ੍ਰਚਲਿਤ ਹੋਏ। ਸ਼ਰਮਾ ਜੀ ਆਪਾਂ ਉਹ ਤੇ ਰੈਲੀ ਇਸ਼ੂ ਤੇ ਠੀਕ ਆ, ਤੁਹਾਡੀ ਗੱਲ ਆ ਗਈ। ਮੈਂ ਆ ਗਿਆ ਜੋਸ਼ੀ ਜੀ, ਇਹ ਜਵਾਬ ਦੇਣਾ ਜ਼ਰੂਰੀ ਸੀ ਭਾਰਦਵਾਜ ਸਾਹਿਬ ਦਾ, ਅਰਸ਼ਪ੍ਰੀਤ ਜੀ ਦਾ ਗੱਲ ਦਾ ਜਵਾਬ ਠੀਕ ਹੈ ਸ਼ਰਮਾ ਜੀ, ਤੁਸੀਂ ਉਹ ਪੁਆਇੰਟ ਤੇ ਆਪਣਾ ਐਗਰੀਕਲਚਰ ਦੂਜੀ ਗੱਲ ਮੈਨੀਫੈਸਟੋ ਨੂੰ ਲਾਗੂ ਕਰਨ ਦੀ ਗੱਲ ਜਿਹੜੀ ਕੀਤੀ ਹੈ, ਮੈਨੂੰ ਇਹ ਮੇਰੀ ਪਾਰਟੀ ਨੇ ਮਾਣ ਹਾਸਲ ਹੈ ਕਿ ਸਭ ਤੋਂ ਪਹਿਲਾਂ ਸਾਡੇ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗੱਲ ਕਹੀ ਸੀ ਕਿ ਮੈਨੀਫੈਸਟੋ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਸੀ ਕਿ ਇਹਨੂੰ ਕਾਨੂੰਨੀ ਦਰਜਾ ਮਿਲਣਾ ਚਾਹੀਦਾ ਹੈ ਤਾਂ ਕਿ ਜੋ ਵਾਅਦੇ ਅਸੀਂ ਕਰੀਏ ਲੋਕਾਂ ਨਾਲੋਂ ਪੂਰੇ ਉਹਨਾਂ ਦੇ ਖਰੇ ਉਤਰੀਏ, ਲੋਕਾਂ ਨੂੰ ਗੁੰਮਰਾਹ ਨਾ ਕਰੀਏ ਜਿਸ ਤਰ੍ਹਾਂ ਅੱਜ ਕਾਂਗਰਸ ਨੇ ਕੀਤਾ। ਕਾਂਗਰਸ ਨੇ 4.5 ਸਾਲ ਪੌਣੇ 5 ਸਾਲ ਜਦ ਇਹਨਾਂ ਦੇ ਖਤਮ ਹੋਣ ਲੱਗੇ, ਹੁਣ ਇਹ ਮੈਨੀਫੈਸਟੋ ਵਾਅਦੇ ਪੂਰੇ ਕਰਨ ਦੀ ਗੱਲਾਂ ਕਰਦੇ ਆ। 5 ਸਾਲ ਲੋਕਾਂ ਨੇ ਤਰਾਹੀ ਪੂਰੇ ਪੰਜਾਬ 'ਚ ਹੋਈ ਹੈ। ਅੱਜ ਇਹ ਕਹਿੰਦੇ ਵੀ, ਔਰ ਵਿਰੋਧੀ ਧਿਰ ਨਹੀਂ ਕਹਿੰਦਾ ਅਨਿਲ ਜੀ, ਜੇ ਗੱਲ ਮੈਂ ਕਹਾਂਗਾ ਤਾਂ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ, ਇਹ ਗੱਲਾਂ ਇਹਨਾਂ ਦੇ ਆਪਣੇ ਵਜ਼ੀਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਸਰਦਾਰ ਤ੍ਰਿਪ ਬਾਜਵਾ ਜੀ, ਇਹ ਸਭ ਇਹ ਗੱਲਾਂ ਕਹਿ ਚੁੱਕੇ ਹੈ ਕਿ ਸਾਡੀ ਸਰਕਾਰ ਜੋ ਕੁਝ ਕਰਨਾ ਚਾਹੁੰਦੀ ਸੀ ਉਹ ਨਹੀਂ ਕਰ ਸਕੀ, ਅਸੀਂ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਨਹੀਂ ਪੂਰੇ ਕਰ ਸਕੇ। ਇਹ ਨਵਜੋਤ ਸਿੰਘ ਸਿੱਧੂ ਜੀ ਵੀ ਕਹਿ ਚੁੱਕੇ ਆ, ਇਹ ਤ੍ਰਿਪ ਬਾਜਵਾ ਜੀ ਕਹਿ ਚੁੱਕੇ ਆ, ਇਹ ਸੁਖਜਿੰਦਰ ਰੰਧਾਵਾ ਜੀ ਕਹਿ ਚੁੱਕੇ ਆ, ਇਹ ਚਰਨਜੀਤ ਚੰਨੀ ਜੀ ਕਹਿ ਚੁੱਕੇ ਆ, ਇਹ ਹੋਰ ਕਈ ਐਮਐਲਏ ਕਹਿ ਚੁੱਕੇ ਆ। ਮੈਂ ਉਹ ਲੰਬੀ ਲਿਸਟ ਹੈ, ਸਾਰਿਆਂ ਨੂੰ ਪਤਾ, ਪੂਰੇ ਪੰਜਾਬ ਨੂੰ ਪਤਾ, ਸਾਰੇ ਮੀਡੀਆ ਚੋਂ ਚੀਜ਼ਾਂ ਨਸ਼ਰ ਹੋਈਆਂ। ਕਿਸਾਨ ਦੀ ਜਿੱਥੋਂ ਤੱਕ ਗੱਲ ਹੈ, ਅਸੀਂ ਜਿਹੜੀ ਗੱਲ ਅੱਜ ਕਿਸਾਨ ਦੀ ਮੀਟਿੰਗ 'ਚ ਹੋਈ ਹੈ, ਜਿਸ ਦਿਨ ਇਹ ਗੱਲ ਉੱਠੀ ਸੀ ਮੋਗੇ ਤੋਂ ਇਹ ਗੱਲ ਹੋਈ ਸੀ, ਉਸ ਤੋਂ ਬਾਅਦ ਸਾਡੇ ਪਾਰਟੀ ਪ੍ਰਧਾਨ ਨੇ ਇਮੀਡੀਏਟ ਅਨਾਉਂਸ ਕਰਤਾ ਸੀ ਕਿ ਅਸੀਂ ਜਦ ਤੱਕ ਕੋਈ ਫੈਸਲਾ ਨਹੀਂ ਹੁੰਦਾ, ਗੱਲ ਪੰਜਾਬ ਦੀ ਜੋ ਮੁਹਿੰਮ ਅਸੀਂ ਪੰਜਾਬ ਛੇੜੀ ਆ ਉਹਨੂੰ ਫਿਲਹਾਲ ਸਸਪੈਂਡ ਕੀਤਾ ਸੀ। ਇਸੇ ਕਰਕੇ ਕੀਤਾ ਸੀ ਕੋਈ ਐਮੀਕੇਬਲੀ ਬੈਠ ਕੇ ਫੈਸਲਾ ਹੋ ਸਕੇ, ਕਿਉਂਕਿ ਇਸ ਟਕਰਾਅ 'ਚ ਅਲਟੀਮੇਟਲੀ ਅਨਿਲ ਜੀ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਣਾ। ਇਹ ਜਿਹੜਾ ਟਕਰਾਅ ਕਿਸੇ ਵੀ ਧਿਰ ਨਾਲ ਚਾਹੇ ਹੋਏ ਪੰਜਾਬ 'ਚ ਕਿਸੇ ਵੀ ਟਕਰਾਅ ਦਾ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਹੋਣਾ। ਅਸੀਂ ਨਹੀਂ ਚਾਹੁੰਦੇ ਕਿ ਪੰਜਾਬ 'ਚ ਕਿਸੇ ਕਿਸਮ ਦਾ ਵੀ ਟਕਰਾਅ ਪੈਦਾ ਹੋਵੇ, ਪੰਜਾਬ 'ਚ ਕਿਤੇ ਭਾਈਚਾਰਕ ਸਾਂਝ ਨੂੰ ਕੋਈ ਸੇਕ ਨਾ ਲੱਗੇ। ਸਾਡੀ ਪਾਰਟੀ ਇਸ ਗੱਲ ਦੀ ਹਾਮੀ ਹੈ ਕਿ ਇਸ ਪੰਜਾਬ 'ਚ ਸਭ ਤੋਂ ਪਹਿਲਾਂ ਭਾਈਚਾਰਕ ਸਾਂਝ, ਕਾਨੂੰਨ ਤੇ ਵਿਵਸਥਾ, ਦੋ ਚੀਜ਼ਾਂ ਪੰਜਾਬ ਦੇ ਲੋਕਾਂ ਲਈ ਅਹਿਮ ਹੈ, ਔਰ ਅਗਰ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਤਾਂ ਉਹਨਾਂ ਨੂੰ ਉਹ ਤਾਕਤਾਂ ਨੂੰ ਬਲ ਮਿਲਦਾ ਜਿਹੜੀ ਇਹਨਾਂ ਚੀਜ਼ਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ। ਅਸੀਂ ਇਸੇ ਕਰਕੇ ਆਪਣੀ ਜਿਹੜੀ ਗੱਲ ਪੰਜਾਬ ਦੀ ਪ੍ਰੋਗਰਾਮ ਸੀ ਉਹਨੂੰ ਮੁਲਤਵੀ ਕੀਤਾ। ਠੀਕ ਹੈ ਜਿਹੜੀ ਅਸ਼ਪ੍ਰੀਤ ਜੀ ਗੱਲ ਕਰਦੇ ਆ, ਦੁਬਾਰਾ ਆਣਾ ਤੁਹਾਡੇ ਕੋਲ, ਫਿਰ ਟਾਈਮ ਦੀ ਸ਼ਾਰਟੇਜ ਹੈ, ਗੱਲ ਵਿਚ ਰਹੀ। ਹਾਂਜੀ ਮੇਜਰ ਸਾਹਿਬ, ਮਲਹੋਤਰਾ ਸਾਹਿਬ, ਹੁਣ ਤੁਸੀਂ ਗੱਲ ਕਰ ਲਓ ਜੀ, ਵਿੱਚ ਉਸ ਟਾਈਮ ਬੋਲ ਰਹੇ ਸੀ। ਹਾਂਜੀ ਕਾਂਗਰਸ ਦੇ ਪ੍ਰਵਕਤਾ ਬਹੁਤ ਕੁਝ ਕਹਿ ਰਹੇ ਸੀ, ਮੈਂ ਜ਼ਰਾ ਇਹਨਾਂ ਨੂੰ ਇਹਨਾਂ ਦੀ ਗੱਲ ਦਾ ਜਵਾਬ ਦੇਣਾ ਚਾਹਨਾ ਕਿ ਅੱਜ ਪੰਜਾਬ ਨੇ ਦੇਖ ਲਿਆ ਕਿ ਮਸਾਂ 50 ਦਿਨ ਹੀ ਹੋਏ ਆ ਤੇ ਖੂਹ ਨੂੰ ਚੱਲ ਕੇ ਪਿਆਸੇ ਕੋਲ ਜਾਣਾ ਪੈ ਗਿਆ। ਹੁਣ ਪਤਾ ਨਹੀਂ ਖੂਹ ਕੌਣ ਹੈ ਤੇ ਪਿਆਸਾ ਕੌਣ ਹੈ। ਸਾਰੀ ਦੁਨੀਆ ਨੇ ਦੇਖ ਲਿਆ ਕਿ ਇੰਨਾ ਹੰਕਾਰ ਕਿ ਤੁਸੀਂ ਪ੍ਰਧਾਨ ਕੀ ਬਣ ਗਏ, ਆਪਣੇ ਆਪ ਨੂੰ ਖੂਹ ਕਹਿਣ ਲੱਗੇ। ਤਾਂ ਅੱਜ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ। ਤੇ ਜਿਸ ਤਰ੍ਹਾਂ ਅਕਾਲੀ ਦਲ ਔਰ ਕਾਂਗਰਸ ਨੇ ਕਿਹਾ ਕਿ ਅਸੀਂ ਵਿਚਾਰ ਕਰਾਂਗੇ ਕਿ ਅਸੀਂ ਕਿਸਾਨਾਂ ਦੀ ਇਹ ਜਿਹੜੀ ਗੁਜ਼ਾਰਿਸ਼ ਹੈ ਉਹਨੂੰ ਮੰਨਾਂਗੇ ਕਿ ਨਹੀਂ, ਉਸ ਤੋਂ ਇਹਨਾਂ ਦਾ ਜਿਹੜਾ ਮਾਈਂਡ ਸੈਟ ਹੈ ਉਹ ਕਾਫੀ ਕਲੀਅਰ ਹੋ ਜਾਂਦਾ ਹੈ ਕਿ ਇਹ ਕਿਸਾਨਾਂ ਦੇ ਨਾਲ ਨਹੀਂ ਨੇ, ਇਹ ਇਹਨਾਂ ਦਾ ਆਪਣਾ ਜਿਹੜਾ ਪੋਲੀਟੀਕਲ ਏਜੰਡਾ ਹੈ, ਇਹ ਇਹਨਾਂ ਦੇ ਲਈ ਸਰਵੋਪਰੀ ਹੈਗਾ। ਫਿਰ ਅਰਸ਼ਪ੍ਰੀਤ ਜੀ ਕਹਿੰਦੇ ਕਿ ਜੀ ਵੀ ਆਰ ਅ ਪਾਰਟੀ ਹੂ ਡਿਲੀਵਰ ਵਾਟ ਵੀ ਪ੍ਰੋਮਿਸ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ 18 ਪੁਆਇੰਟ ਏਜੰਡਾ ਜਿਹੜੀ ਤੁਹਾਡੀ ਹਾਈ ਕਮਾਂਡ ਨੇ ਦਿੱਤਾ ਹੈ ਉਹ ਸ਼ਾਇਦ ਇਸੀ ਦਾ ਹੀ ਸਬੂਤ ਹੈ। ਤੁਸੀਂ ਜਿਹੜਾ ਬਹੁਤ ਕੁਝ ਡਿਲੀਵਰ ਕਰਤਾ, ਜਨਤਾ ਨੂੰ ਬਹੁਤ ਕੁਝ ਦੇਤਾ, ਤਾਂ ਹੀ ਤੁਹਾਡੀ ਹਾਈ ਕਮਾਂਡ ਨੂੰ 18 ਪੁਆਇੰਟ ਦਾ ਏਜੰਡਾ ਦੇਣਾ ਪੈ ਗਿਆ ਤੁਹਾਨੂੰ, ਹੈ ਨਾ। ਤੇ ਫਿਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹਨਾਂ ਦੇ ਮੁੱਖ ਮੰਤਰੀ ਤੇ ਇਹਨਾਂ ਦੇ ਵਿੱਤ ਮੰਤਰੀ ਹਾਈ ਪਾਵਰ ਕਮੇਟੀ ਦੇ ਮੈਂਬਰ ਨਹੀਂ ਸੀਗੇ ਜਿਸ ਨੇ ਇਹਨਾਂ ਕਾਨੂੰਨਾਂ ਦੇ ਉੱਤੇ ਫੈਸਲਾ ਲਿੱਤਾ? ਔਰ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਬਾਰ-ਬਾਰ ਕਿਸਾਨੀ ਅੰਦੋਲਨ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸੀ ਜਾਂਦੇ ਹੈ। ਕਿਉਂ ਭਾਈ? ਕਿਸ ਐਂਗਲ ਤੋਂ ਇਹ ਅੰਦੋਲਨ ਜਿਹੜਾ ਦੇਸ਼ ਦੀ ਸੁਰੱਖਿਆ ਦੇ ਲਈ ਖਤਰਾ ਹੈਗਾ? ਔਰ ਫਿਰ ਇਹ ਕਹਿੰਦੇ ਕਿ ਜੀ
एग्रीकल्चरल इज अ स्टेट सब्जेक्ट, ऑफ कोर्स एग्रीकल्चर स्टेट सब्जेक्ट है, लेकिन केंद्र ने ਇਹ ਕਾਨੂੰਨ ਜਿਹੜੇ ਹੈ ਟ੍ਰੇਡ ਐਂਡ ਕਾਮਰਸ ਦੇ ਅੰਡਰ ਪਾਸ ਕੀਤੇ ਹੈ। ਜੇ ਕੇਂਦਰ ਨੂੰ ਟ੍ਰੇਡ ਐਂਡ ਕਾਮਰਸ ਦਾ ਹੱਕ ਨਾ ਹੁੰਦਾ ਤਾਂ ਸੁਪਰੀਮ ਕੋਰਟ ਨੇ ਕਦੋਂ ਤੱਕ ਇਹ ਕਾਨੂੰਨ ਜਿਹੜੇ ਹੈ ਰੱਦ ਕਰ ਦੇਣੇ ਸੀ। ਇਹ ਰੱਦ ਨਹੀਂ ਹੋਏ, ਔਰ ਇਹਨਾਂ ਨੇ ਜਿਹੜਾ ਡਰਾਮਾ ਕੀਤਾ ਵਿਧਾਨ ਸਭਾ ਵਿੱਚ, ਉਹਦੇ ਨਾਲ ਕੀ ਰੱਦ ਹੋ ਗਏ? ਸਾਰੇ ਦੇਸ਼ ਵਿੱਚ ਰੋਲਾ ਪਿਆ ਹੋਇਆ, ਜੇ ਸਟੇਟਸ ਨੂੰ ਹੱਕ ਹੁੰਦਾ ਤਾਂ ਹੁਣ ਤੱਕ ਕਦੋਂ ਦੇ ਰੱਦ ਹੋ ਗਏ ਹੁੰਦੇ। ਸੋ ਇਹ ਗੱਲ ਸੱਚੀ ਹੈ ਕਿ ਕੇਂਦਰ ਜਦੋਂ ਕਾਨੂੰਨ ਪਾਸ ਕਰ ਦਿੰਦਾ ਹੈ, ਕੋਈ ਸਟੇਟ ਉਹਦੇ 'ਚ ਕੁਝ ਨਹੀਂ ਕਰ ਸਕਦੀ, ਔਰ ਕੇਂਦਰ ਹੀ ਆ ਤਾਂ ਉਹਨਾਂ ਨੂੰ ਰੱਦ ਕਰੇ, ਜਾਂ ਫਿਰ ਜੇ ਸੁਪਰੀਮ ਕੋਰਟ ਉਹਨਾਂ ਨੂੰ ਗੈਰ ਸੰਵਿਧਾਨਿਕ ਮੰਨਦੀ ਹੈ ਤਾਂ ਉਹਨਾਂ ਨੂੰ ਸੁਪਰੀਮ ਕੋਰਟ ਰੱਦ ਕਰੇਗੀ। ਸੋ ਇਹ ਜਿਹੜੀਆਂ ਪਾਰਟੀਆਂ ਹੈਗੀਆਂ ਸਿਰਫ ਤੇ ਸਿਰਫ ਡਰਾਮਾ ਕਰ ਰਹੀਆਂ। ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਇਹਨਾਂ ਕਾਨੂੰਨਾਂ ਦੀ ਨਿੰਦਾ ਜ਼ਰੂਰ ਕੀਤੀ ਹੈ, ਫਾੜ ਕੇ ਜ਼ਰੂਰ ਸੁੱਟੇ ਹੈ, ਪਰ ਇਹਨਾਂ ਦੀ ਤਰ੍ਹਾਂ ਰੱਦ ਕਰਨ ਦਾ ਡਰਾਮਾ, ਕਿਉਂਕਿ ਸਟੇਟ ਅਸੈਂਬਲੀ ਕੋਲ ਪਾਵਰ ਹੀ ਨਹੀਂ ਹੈ, ਅਸੀਂ ਉਹ ਡਰਾਮਾ ਨਹੀਂ ਕੀਤਾ ਹੈਗਾ। ਮਲਹੋਤਰਾ ਸਾਹਿਬ ਪੁਆਇੰਟ ਆ ਗਿਆ ਤੁਹਾਡਾ। ਚੇਤਨ ਜੋਸ਼ੀ ਜੀ ਇੱਕ ਪੁਆਇੰਟ ਰੇਜ਼ ਕੀਤਾ ਅਰਸ਼ਪ੍ਰੀਤ ਜੀ ਨੇ, ਜੋ ਹਰਿਆਣੇ 'ਚ ਹੋਇਆ, ਔਰ ਉਸ ਤੋਂ ਬਾਅਦ ਨਾਲ ਹੀ ਜੁੜਿਆ ਕੁਐਸਚਨ ਮੈਨੀਫੈਸਟੋ ਵਾਲਾ, ਕਿਉਂਕਿ ਆਪਣੇ ਕੋਲ ਟਾਈਮ ਘੱਟ ਹੈ, ਆਪਾਂ ਬਹੁਤ ਸ਼ਾਰਟ 'ਚ ਗੱਲ ਜਿਹੜੀ ਹੈ ਉਹਨੂੰ ਸਮ ਅਪ ਕਰਨਾ ਹੈ। ਮੈਨੀਫੈਸਟੋ ਨੂੰ ਲੈ ਕੇ ਗੱਲ ਫਿਰ ਉੱਠੀ ਹੈ ਕਿ ਇਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਜੋਸ਼ੀ ਸਾਹਿਬ ਦੇਖੋ, ਮੈਂ ਮਤਲਬ ਜਿਹੜੇ ਸਾਡੇ ਕਾਂਗਰਸ ਦੇ ਸਾਡੇ ਵੀਰ ਬੈਠੇ ਨੇ ਇਸ ਟਾਈਮ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਜੇ ਪੰਜਾਬ ਦੇ ਵਿੱਚ ਸਰਕਾਰ ਚਲਾ ਰਹੇ ਹੋ ਤੇ ਤੁਹਾਨੂੰ ਹੀ ਪਤਾ ਵਾ ਜਦੋਂ ਇਸ ਤਰ੍ਹਾਂ ਦੀ ਕੋਈ ਇੰਸੀਡੈਂਟ ਹੁੰਦਾ ਤੇ ਉਸ ਆਫੀਸਰ ਤੇ ਉਸ ਇੰਸੀਡੈਂਟ ਦੇ ਉੱਤੇ ਇਨਕੁਆਇਰੀ ਬਿਠਾਈ ਜਾਂਦੀ, ਜਿਹੜੀ ਕਿ ਆਲਰੇਡੀ ਬਿਠਾਈ ਜਾ ਚੁੱਕੀ ਹੈ। ਠੀਕ ਹੈ ਜੀ। ਦੂਸਰੀ ਗੱਲ ਇਹ ਹੈਗੀ ਆ ਕਿ ਉਸ ਟਾਈਮ ਦੀਆਂ ਜਿਹੜੀਆਂ ਗੱਲਾਂ ਉੱਠੀਆਂ ਨੇ ਉਹਨਾਂ ਉੱਤੇ ਤਫਤੀਸ਼ ਚੱਲਦੀ ਪਈ ਆ। ਜੋ ਵੀ ਉਸ ਨੂੰ ਜੋ ਉਸ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਵੇਗਾ ਉਹ ਵੀ ਜੱਗ ਜ਼ਾਹਰ ਹੋ ਜਾਏਗਾ। ਤਾਂ ਇਹਦੇ ਉੱਤੇ ਬੀਜੇਪੀ ਗਵਰਨਮੈਂਟ ਜਿਹੜੀ ਹਰਿਆਣਾ ਦੀ ਹੈਗੀ ਉਹਦੇ ਉੱਤੇ ਤੁਸੀਂ ਕੁਐਸਚਨ ਤੇ ਕਰ ਸਕਦੇ ਹੋ, ਲੇਕਿਨ ਤੁਹਾਨੂੰ ਆਨਸਰ ਬਹੁਤ ਜਲਦੀ ਮਿਲ ਜਾਏਗਾ ਇਨਕੁਆਇਰੀ ਤੋਂ ਬਾਅਦ। ਦੂਸਰੀ ਗੱਲ, ਤੁਸੀਂ ਮੈਨੀਫੈਸਟੋ ਦੀ ਜਿਹੜੀ ਗੱਲ ਕੀਤੀ ਆ, ਮੀਡੀਆ ਨੂੰ ਤੇ ਅਸੀਂ ਝੂਠ ਤਾਂ ਨਹੀਂ ਬੋਲ ਸਕਦੇ, ਕਦੀ ਕਦੀ ਬੋਲਿਆ ਵੀ ਨਹੀਂ ਇਦਾਂ ਦਾ ਕਿਤੇ। ਠੀਕ ਆ, ਕੋਈ ਚੀਜ਼ ਗਾਂਹ ਪਿਛਾਂ ਜ਼ਰੂਰ ਹੋ ਜਾਂਦੀ, ਉਹ ਉੱਪਰ ਨੀਵੀਂ ਹੋ ਜਾਂਦੀ ਹੈ ਕੋਈ ਮੰਗ ਪੂਰੀ ਹੋਣ ਤੇ। ਤੁਸੀਂ ਦੱਸੋ, ਬੀਜੇਪੀ ਨੇ ਜੇ 370 ਤੋੜਨ ਦੀ ਗੱਲ ਕੀਤੀ, ਸਾਡਾ ਚੋਣ ਮੈਨੀਫੈਸਟੋ ਸੀ, ਅਸੀਂ ਉਹਨੂੰ ਪੂਰਾ ਕੀਤਾ। ਜੇ ਬੀਜੇਪੀ ਨੇ ਰਾਮ ਮੰਦਿਰ ਬਣਾਉਣ ਦੀ ਗੱਲ ਕੀਤੀ, ਅਸੀਂ ਉਹ ਚੋਣ ਮੈਨੀਫੈਸਟੋ ਦੇ ਵਿੱਚ ਜੇ ਲੈ ਕੇ ਆਂਦਾ ਸੀ ਪੂਰਾ ਕੀਤਾ। ਜਿਹੜੀਆਂ ਅਸੀਂ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕਰਨ ਦੇ ਨਾਲ ਅਸੀਂ ਕੁਝ ਨਵੀਆਂ ਵੀ ਇਜਾਦ ਕੀਤੀਆਂ ਚੀਜ਼ਾਂ। ਜੇ 3 ਕਾਨੂੰਨ ਆਏ ਨੇ, ਇਹਨਾਂ ਨੂੰ ਕਾਲੇ ਕਾਨੂੰਨ ਕਹਿ ਰਹੇ ਨੇ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਉਹ ਕੋਈ ਵੀ ਸਰਕਾਰ, ਦਿਲ ਜੀ ਤੁਸੀਂ ਜਾਣਦੇ ਹੋ, ਕੋਈ ਵੀ ਸਰਕਾਰ ਜਦੋਂ ਦੁਨੀਆ ਦੇ ਵਿੱਚ ਕਾਨੂੰਨ ਬਣਾਉਣ ਦੀ ਤਾਕਤ ਰੱਖਦੀ ਆ, ਇੰਟਰਨੈਸ਼ਨਲ ਲੈਵਲ ਦੇ ਉੱਤੇ ਉਸ ਸਰਕਾਰ ਦੀ ਇੱਕ ਬਹੁਤ ਵੱਡੀ ਉਪਲਬਧੀ ਮੰਨੀ ਜਾਂਦੀ ਆ ਕਿ ਇਹ ਇੱਕ ਬੜੀ ਸਟਰੋਂਗ ਸਰਕਾਰ ਆ ਔਰ ਕਾਨੂੰਨ ਬਣਾਉਣ ਦਾ ਮਾਧਾ ਰੱਖਦੀ ਆ। ਤੇ ਇੰਟਰਨੈਸ਼ਨਲ ਲੈਵਲ ਤੇ ਸਾਡੇ ਦੂਜੇ ਮੁਲਕਾਂ ਦੇ ਨਾਲ ਸਮਝੌਤੇ ਹੁੰਦੇ ਨੇ, ਵਪਾਰਿਕ ਤੌਰ ਤੇ, ਸਾਂਸਕ੍ਰਿਤਿਕ ਤੌਰ ਤੇ, ਆਰਥਿਕ ਤੌਰ ਤੇ। ਦੂਸਰੀ ਗੱਲ, ਤੁਸੀਂ ਮੈਨੀਫੈਸਟੋ ਦੀ ਗੱਲ, ਬਹੁਤ ਅੱਛਾ ਕੁਐਸਚਨ ਤੁਸੀਂ ਚੱਕਿਆ ਵਾ ਕਿ ਅਸੀਂ ਇਲਜ਼ਾਮ ਨਹੀਂ ਲਾਉਂਦੇ, ਤੇ ਸਿੱਧੀ ਗੱਲ ਕਰਦੇ ਆ ਕਿ ਅਸੀਂ ਤੇ ਆਪਣੇ ਜਿਹੜੇ ਸਟੇਟਸ ਦੇ ਵਿੱਚ ਮੈਨੀਫੈਸਟੋ ਦਿੱਤੇ ਸੀਗੇ, ਜਿਹੜੀਆਂ ਗੱਲਾਂ ਕੀਤੀਆਂ, ਅਸੀਂ ਪੂਰੇ ਕਰਦੇ ਪਏ ਆ। ਹੁਣ ਜਿਸ ਤਰ੍ਹਾਂ ਤੁਸੀਂ ਨੌਕਰੀਆਂ ਦੀ ਗੱਲ ਕਰਦੇ ਪਏ ਹੋ, ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਿਦੇਸ਼ਾਂ ਦੇ ਵਿੱਚ ਜਾ ਕੇ ਜਿਹੜੇ ਉਹਨਾਂ ਨੇ ਸਮਝੌਤੇ ਕੀਤੇ ਸੀ, ਉਹਨਾਂ ਮੁਲਕਾਂ ਦੇ ਵਿੱਚ ਅੱਜ ਹਿੰਦੁਸਤਾਨ ਦੇ ਜਿਹੜੇ ਸਾਡੇ ਸਕਿਲਡ ਲੋਕ ਨੇ ਉਹਨਾਂ ਨੂੰ ਨੌਕਰੀ ਮਿਲੀਆਂ। ਤੇ ਇੱਥੇ ਵੀ ਜਿਹੜੇ ਉਦਯੋਗ ਬਾਹਰੋਂ ਲੈ ਕੇ ਆਏ ਆ, ਜਿਹੜਾ ਸੈਮਸੰਗ ਹੈ, ਹੋਰ ਕਈ ਇਦਾਂ ਦੀਆਂ ਚੀਜ਼ਾਂ ਆਈਆਂ ਜਿਹਦੇ ਨਾਲ ਕਿ ਉਦਯੋਗ ਦੇ ਨਾਲ ਨੌਕਰੀਆਂ ਵਧੀਆਂ। ਹੁਣ ਗੱਲ ਮੈਨੀਫੈਸਟੋ ਦੀ ਐਗਜ਼ੈਕਟ ਤੁਹਾਡੀ ਮੈਂ ਪੁਆਇੰਟ ਦੇ ਉੱਤੇ ਆ ਰਿਹਾ, ਕਿਹੜੀ ਪਾਰਟੀ ਨੇ ਆਪਣੇ ਦਿੱਤੇ ਹੋਏ ਮੈਨੀਫੈਸਟੋ ਦੇ ਵਾਅਦੇ ਪੂਰੇ ਕੀਤੇ? ਇਹ ਨਾ ਕਹੋ ਅਸੀਂ 70% ਕੀਤੇ, ਅਸੀਂ 80% ਕੀਤੇ ਆ। ਯੈਸ ਔਰ ਨੋ? ਬੀਜੇਪੀ ਜਿਹੜਾ ਮੈਨੀਫੈਸਟੋ ਲੈ ਕੇ ਆਏਗੀ ਪੰਜਾਬ ਦੇ ਵਿੱਚ 117 ਸੀਟਾਂ ਦੇ ਉੱਤੇ ਲੜਨ ਵਾਸਤੇ, ਸਾਡੀ ਜਦੋਂ ਸਰਕਾਰ ਬਣੇਗੀ ਅਸੀਂ ਉਸ ਦੇ ਉੱਤੇ 100% ਸਹੀ ਉਤਰਾਂਗੇ। ਔਰ ਬਿਲਕੁਲ ਸਹੀ ਗੱਲ ਕੀਤੀ ਗਈ ਹੈ, ਝੂਠੇ ਵਾਅਦੇ ਲਾ ਕੇ ਝੂਠੀਆਂ ਗੱਲਾਂ। ਅੱਜ ਤੁਸੀਂ ਹੁਣ 18 ਨੁਕਤਿਆਂ ਦੀ ਗੱਲ ਕਰਦੇ ਪਏ, ਮੇਰੇ ਸਤਿਕਾਰਯੋਗ ਮਾਨ ਆਮ ਆਦਮੀ ਪਾਰਟੀ ਦੇ ਭਾਈ ਸਾਹਿਬ ਉਹਨਾਂ ਗੱਲ ਕੀਤੀ ਆ, ਇੱਕ ਸਾਡੇ ਕਾਂਗਰਸ ਦੇ ਵੀਰ ਹੋਣੇ ਬੈਠੇ ਨੇ। ਇਹਦੇ 'ਚ ਇੱਕ ਚੀਜ਼ ਮੰਨਣੀ ਚਾਹੀਦੀ ਆ ਕਿ ਜੇ ਤੁਹਾਡਾ ਮੈਨੀਫੈਸਟੋ ਦੇ ਅਕੋਰਡਿੰਗਲੀ ਤੁਸੀਂ ਉਹ ਵਾਅਦੇ ਪੂਰੇ ਨਹੀਂ ਕੀਤੇ ਤੇ ਜਨਤਾ ਕਿਉਂ ਪਰੇਸ਼ਾਨ ਹੋਵੇ? ਜਨਤਾ ਨੂੰ ਤੇ ਇੱਕ ਉਮੀਦ ਹੁੰਦੀ ਹੈ ਨਾ, ਤੁਹਾਨੂੰ ਵੀ ਉਮੀਦ ਆ, ਮੈਨੂੰ ਵੀ ਉਮੀਦ ਆ ਕਿ ਅਸੀਂ ਲੋਕਾਂ ਨੇ ਜਿਹੜੇ ਵਾਅਦੇ ਕੀਤੇ ਨੇ ਵਾਅਦੇ ਪੂਰੇ ਹੋਣ, ਜਿਸ ਦੇ ਬਿਹਾਫ ਤੇ ਵੋਟਾਂ ਮਿਲਦੀਆਂ ਨੇ। ਕਾਂਗਰਸ ਨੂੰ ਪੂਰਾ ਮੈਂਡੇਟ ਮਿਲਿਆ ਸੀ 2017 'ਚ, ਉਹ ਮੈਂਡੇਟ ਮਿਲਿਆ ਸੀਗਾ, ਉਹਨਾਂ ਨੇ ਜਿੱਥੇ ਵਾਅਦੇ ਕੀਤੇ ਸੀ 18 ਨੁਕਤਿਆਂ ਦੇ, ਉਸ ਦੇ ਨਾਲ ਜਨਾਬ ਮਾਨਯੋਗ ਸਤਿਕਾਰਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹਿਬ ਦੀ ਕਸਮ ਵੀ ਖਾਧੀ ਸੀਗੀ।
ਦੇਖੋ ਇਹਦੇ ਨਾਲ ਧਾਰਮਿਕ ਭਾਵਨਾਵਾਂ ਵੀ ਜੁੜ ਗਈਆਂ, ਲੋਕਾਂ ਦੇ ਇਮੋਸ਼ਨਸ ਵੀ ਜੁੜ ਗਏ, ਔਰ ਕੋਈ ਵੀ ਸਰਦਾਰ ਬੰਦਾ ਝੂਠੀ ਸਹੁੰ ਨਹੀਂ ਖਾਂਦਾ ਗੁਟਕਾ ਸਾਹਿਬ ਹੱਥ ਫੜ ਕੇ। ਸੋ ਇੱਥੇ ਅਸੀਂ ਇਹੋ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਜਿਹੜੇ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਨੇ ਭਾਈ ਤੁਸੀਂ ਪੂਰੇ ਕਰੋ। ਅਸੀਂ 370 ਤੋੜੀ ਆ, ਅਸੀਂ ਵਾਅਦਾ ਤੁਹਾਡੇ ਸਾਹਮਣੇ ਕਰਕੇ ਪੂਰਾ ਕੀਤਾ। ਅਸੀਂ ਹੈ ਜੀ ਲੋਕਾਂ ਨੇ ਸਾਹਿਬ। ਰਾਮ ਮੰਦਿਰ ਦਾ ਨਿਰਮਾਣ ਕੀਤਾ, ਸਾਰਾ ਕੀਤਾ। ਬੀਜੇਪੀ ਸਾਹਿਬ ਆ ਗਏ। ਸਰਕਾਰ ਹਮੇਸ਼ਾ ਮੈਨੀਫੈਸਟੋ ਦਾ ਸਮਰਥਨ ਕਰਦੀ ਹੈ। ਜੋ ਅਸੀਂ ਸ਼ਰਤਾਂ ਰੱਖਾਂਗੇ ਜਾਂ ਜੋ ਨਿਵੇਦਨ ਕਰਾਂਗੇ ਜਨਤਾ ਨੂੰ, ਉਹਨੂੰ ਪੂਰਾ ਕਰਾਂਗੇ। ਅਰਸ਼ਪ੍ਰੀਤ ਜੀ ਆਪਾਂ ਵਾਈਂਡ ਅਪ ਕਰਨਾ, ਬਿਲਕੁਲ 3 ਮਿੰਟ ਦਾ ਟਾਈਮ ਹੈ, ਤੁਸੀਂ 1 ਮਿੰਟ ਦੇ ਵਿੱਚ ਆਪਣੀ ਗੱਲ ਜਿਹੜੀ ਹੈ ਉਹਨੂੰ ਸਮ ਅਪ ਕਰਿਓ। ਇੱਕ ਤਾਂ 18 ਪੁਆਇੰਟ ਏਜੰਡੇ ਦੀ ਗੱਲ ਚੱਕੀ ਆ ਆਮ ਆਦਮੀ ਪਾਰਟੀ ਵੱਲੋਂ ਚੱਕੀ ਗਈ ਹੈ ਕਿ ਉਹ ਏਜੰਡਾ ਅੱਜ ਦੀ ਡੇਟ 'ਚ ਵੀ ਕਿਵੇਂ, ਤੇ ਦੂਜਾ ਮੈਨੀਫੈਸਟੋ ਵਾਲੇ ਤੇ ਤੁਸੀਂ ਕਲੀਅਰ ਕਰ ਦਿਓ 1 ਮਿੰਟ ਦੇ ਵਿੱਚ। ਅਰਸ਼ਪ੍ਰੀਤ ਜੀ ਪਹਿਲਾਂ ਤਾਂ ਮੈਨੀਫੈਸਟੋ ਤੇ ਆਉਣਾ। ਮੈਨੀਫੈਸਟੋ ਅਸੀਂ ਕੰਟੈਂਪਲੇਟ ਕਰ ਰਹੇ ਹਾਂ ਕਿ ਵਾਟ ਸ਼ੁੱਡ ਬੀ ਦ ਕੋਰਸ ਆਫ ਐਕਸ਼ਨ ਆਫ ਕਾਂਗਰਸ, ਅੱਗੇ ਅਸੀਂ ਕੀ ਕਰਨਾ ਉਹਦੇ ਬਾਰੇ ਸੋਚ ਵਿਚਾਰ ਚੱਲ ਰਿਹਾ ਕਾਂਗਰਸ ਦੇ ਵਿੱਚ। ਦੂਜੀ ਗੱਲ ਜਿਹੜੀ 18 ਪੁਆਇੰਟ ਏਜੰਡਾ ਦੀ ਗੱਲ ਹੈ, ਅਸੀਂ ਮੈਂ ਹੁਣ ਬੇਅਦਬੀ ਦੀ ਗੱਲ ਕਰਦਾ। ਪੰਜਾਬ ਸਰਕਾਰ ਨੇ ਇੱਕ ਸਿੱਟ ਬਣਾਈ, ਸਿੱਟ ਟਾਈਮ ਤੇ ਬਣੀ, ਚਲਾਨ ਟਾਈਮ ਤੇ ਪੇਸ਼ ਹੋਇਆ। ਹਾਈ ਕੋਰਟ ਦਾ ਆਰਡਰ ਸੀਗਾ ਕਿ ਉਹਨੂੰ ਕੁਐਸ਼ ਕੀਤਾ ਜਾਵੇ। ਪੰਜਾਬ ਸਰਕਾਰ ਦਾ ਤਾਂ ਉਹ 'ਚ ਕੋਈ ਰੋਲ ਨਹੀਂ, ਕੋਈ ਉਹ 'ਚ ਗੁਨਾਹ ਨਹੀਂ। ਉਹਦੇ ਬਾਵਜੂਦ ਅਸੀਂ ਦੂਜੀ ਵਾਰੀ ਸਿੱਟ ਬਣਾਈ, ਇਨ ਟਾਈਮ ਬਣਾਈ ਤੇ ਟਾਈਮ ਬਾਉਂਡ ਕੀਤਾ, ਚਲਾਨ ਵੀ ਇੰਨੇ ਟਾਈਮ ਦੇ ਵਿੱਚ ਹੋਵੇ ਪੇਸ਼, ਤਾਂ ਕਿ ਜਸਟਿਸ ਜਿਹੜਾ ਇਨਸਾਫ ਹੈ ਉਹ ਟਾਈਮ ਬਾਉਂਡ ਮਾਨਰ ਦੇ ਵਿੱਚ ਦਿੱਤਾ ਜਾਵੇ। ਤੀਜੀ ਗੱਲ, ਅਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਉਹਨੂੰ ਚੈਲੰਜ ਕੀਤਾ, ਹਾਈ ਕੋਰਟ ਦੇ ਆਰਡਰ ਨੂੰ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਜਿਹੜਾ ਬਣਦਾ ਇਨਸਾਫ ਹੈ ਉਹ ਦਿੱਤਾ ਜਾਵੇ। ਅਗਲੀ ਗੱਲ, ਇਹਨਾਂ ਨੇ ਸਹੁੰ ਦੀ ਗੱਲ ਕੀਤੀ। ਕੇਜਰੀਵਾਲ ਸਾਹਿਬ ਨੇ ਸਹੁੰ ਖਾਧੀ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ। ਅਲੈਜਡਲੀ ਭਗਵੰਤ ਮਾਨ ਸਾਹਿਬ ਨੇ ਸਹੁੰ ਖਾਧੀਆਂ ਸਟੇਜ ਤੇ ਆਪਦੀ ਮਾਤਾ ਸਾਹਿਬ ਦੇ ਹੱਥ ਧਰ ਕੇ। ਪਰ ਡਿਸਪਾਈਟ ਦੈਟ, am I audible? ਮੈਨੂੰ ਸੁਣ ਪਾ ਰਹੇ ਹੋ? ਹਾਂਜੀ ਬਿਲਕੁਲ ਰਾਈਟ। ਤੇ ਭਗਵੰਤ ਮਾਨ ਸਾਹਿਬ ਨੇ ਸਹੁੰ ਖਾਧੀ ਹੈ ਸਟੇਜ ਤੇ ਚੜ ਕੇ। ਸਹੁੰ ਦੇਖੋ, ਅਸੀਂ ਤਾਂ ਉਹ ਪਾਰਟੀ ਹੈ, ਅਸੀਂ ਡਰੱਗ ਜਿਹੜੇ ਲਾਰਡਸ ਹੈ, ਪੈਡਲਰਸ ਹੈ, ਲੱਕ ਤੋੜਿਆ 85% 90% ਤੋੜਿਆ। ਕ੍ਰਿਮੀਨਲ ਕੇਸਿਸ ਜਿਹੜੇ ਰਜਿਸਟਰ ਹੋਏ ਉਹਨਾਂ ਖਿਲਾਫ, ਕੋਗਨੀਜ਼ੇਬਲ ਆਫੈਂਸ ਜਿਹੜੇ ਰਜਿਸਟਰ ਹੋਏ ਡਰੱਗ ਪੈਡਲਰਸ ਖਿਲਾਫ, ਤੇ ਨਾਲੇ ਜਿਹੜੀ ਸਜ਼ਾਵਾਂ ਹੋਈਆਂ, ਸਿਰਫ ਇੰਪਲੀਕੇਸ਼ਨਸ ਨਹੀਂ ਹੈ, ਸਜ਼ਾਵਾਂ ਤੱਕ ਉਹਨੂੰ ਅੰਜਾਮ